ਪੰਜਾਬ ਲਈ ਪੰਜਾਬੀਅਤ ਲਈ। ਅੱਜ ਅਸੀਂ ਪਹੁੰਚੇ ਹਾਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੀ ਮੇਨ ਦਰਸ਼ਨੀ ਦਿਓੜੀ ਤੇ ਜਿਹੜਾ ਦਰਬਾਰ ਸਾਹਿਬ ਦਾ ਮੇਨ ਦਰਵਾਜ਼ਾ ਮੇਨ ਰਸਤਾ ਬਾਜ਼ਾਰ ਦੇ ਵਿੱਚੋਂ ਅੱਡੇ ਬਾਜ਼ਾਰ ਦੇ ਵਿੱਚੋਂ ਆਉਂਦਾ ਜੀ। ਇੱਥੇ ਦਰਸ਼ਨੀ ਦਿਓੜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਮਤਲਬ ਇਹਨੂੰ 2 ਸਾਲ ਤੇ 4 ਮਹੀਨੇ ਤਕਰੀਬਨ ਹੋ ਗਏ ਨੇ। ਇਹਨੂੰ ਮਤਲਬ ਨਵੀਂਕਰਨ ਦਾ ਕੰਮ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਕਰਨਾ ਸੀ। ਉਹਦੇ ਵਿੱਚ ਸੰਗਤਾਂ ਨੂੰ ਕੋਈ ਜਿਹੜਾ ਹੈਗਾ ਇਹਦੇ ਸੰਬੰਧੀ ਕੋਈ ਜਿਹੜਾ ਪਲਾਨ ਸੀ ਉਹ ਜਾਂ ਸਮਝਾਉਣ 'ਚ ਕੋਈ ਦਿੱਕਤ ਆ ਗਈ ਜਾਂ ਸੰਗਤਾਂ ਨਾਲ ਵਿਚਾਰ ਨਹੀਂ ਕੀਤਾ ਗਿਆ, ਇਸ ਕਰਕੇ ਸੰਗਤਾਂ ਵੱਲੋਂ ਕੰਮ ਇਹਦਾ ਰੁਕਾ ਦਿੱਤਾ ਗਿਆ ਸੀ। ਮਤਲਬ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਅੱਜ ਵੀ ਇਹ ਦਰਸ਼ਨੀ ਦਿਓੜੀ ਉਸ ਤਰ੍ਹਾਂ ਹੀ ਪਈ ਆ। 2 ਸਾਲ ਤੇ 4 ਮਹੀਨਿਆਂ ਤੋਂ ਸੰਗਤਾਂ ਦੇ ਮਨ ਨੂੰ ਮਤਲਬ ਠੇਸ ਪਹੁੰਚਾ ਰਹੀ ਆ। ਆਪਾਂ ਇਹਦੇ ਬਾਰੇ ਆਜੋ ਗੱਲ ਕਰਦੇ ਹਾਂ ਸੰਗਤਾਂ ਦੇ ਨਾਲ ਵੀ ਕੀ ਸੰਗਤਾਂ ਦੇ ਵਿਚਾਰ ਨੇ। ਪੁੱਤਰ ਜੀ ਕੀ ਨਾਮ ਆਪਣਾ? ਸ਼ਮਸ਼ੇਰ ਸਿੰਘ। ਉੱਚੀ ਬੋਲੋ ਥੋੜਾ ਜਿਹਾ। ਸ਼ਮਸ਼ੇਰ ਸਿੰਘ। ਕਿੱਥੇ ਰਹਿਣ ਵਾਲੇ ਜੀ? ਤਰਨਤਾਰਨ ਸਾਹਿਬ ਤੋਂ ਹੀ? ਹਾਂਜੀ। ਆ ਟੀ-ਸ਼ਰਟ ਪਾਈ ਆ ਤੁਸੀਂ, ਇਹ ਟੀ-ਸ਼ਰਟ ਤੇ ਫੋਟੋ ਕਿਉਂ ਬਣਾਈ ਦਰਸ਼ਨੀ ਦਿਓੜੀ ਦੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 31 ਮਾਰਚ 2019 ਨੂੰ ਇਸ ਨੂੰ ਸੋਹਣਾ ਬਣਾਉਣ ਲਈ ਇਸ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਹਜੇ ਤੱਕ ਪੂਰਾ ਨਹੀਂ ਹੋਇਆ। ਮੈਂ ਵਾਹਿਗੁਰੂ ਕਰੇ ਅਰਦਾਸ ਕਰਦਾ ਵੀ ਜਲਦੀ ਦਰਸ਼ਨ ਦਿਓੜੀ ਬਣ ਜਾਵੇ। ਸਾਡੇ ਕੋਲ ਦਰਸ਼ਨ ਦਿਓੜੀ ਵੇਖੀ ਨਹੀਂ ਜਾਂਦੀ। ਕਿੰਨਵੀਂ ਕਲਾਸ 'ਚ ਪੜ੍ਹਦਾ ਪੁੱਤ? 4th। ਛੋਟੇ ਬੱਚਿਆਂ ਦੇ ਵੀ ਮਤਲਬ ਜਿਹੜੇ ਵੀ ਹਿਰਦੇ ਵਿੱਚ ਇਹ ਆ ਵੀ ਮਹਾਰਾਜ ਦੇ ਘਰ ਦਾ ਕੰਮ ਜਲਦੀ ਤੋਂ ਜਲਦੀ ਕਰਾਇਆ ਜਾਵੇ, ਕਿਉਂਕਿ ਬਾਹਰੋਂ ਜਿਹੜੀਆਂ ਲੱਖਾਂ ਹਜ਼ਾਰਾਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਵੀ ਦੇਖ ਕੇ ਤੇ ਮਨ ਨੂੰ ਮਤਲਬ ਠੇਸ ਪਹੁੰਚਦੀ ਆ। ਕੀ ਨਾਮ ਭਾਜੀ ਆਪਣਾ? ਮਨਦੀਪ ਸਿੰਘ ਨਾਂ ਜੀ। ਕਿੱਥੋਂ ਰਹਿਣ ਵਾਲੇ ਜੀ? ਵਾਹਿਗੁਰੂ ਜੀ ਤਰਨਤਾਰਨ ਸਾਹਿਬ ਦੇ ਰਹਿਣ ਵਾਲੇ ਆ। ਟੀ-ਸ਼ਰਟ ਬਾਰੇ ਮੈਂ ਦੱਸੋ ਵੀ ਇਹਦੇ ਤੇ ਦਰਬਾਰ ਸਾਹਿਬ ਦੀ ਦਰਸ਼ਨੀ ਦਿਓੜੀ ਦੀ ਤੁਸੀਂ ਫੋਟੋ ਲਗਾਈ ਆ, ਇਹ ਕਿਹੜੇ ਸੰਬੰਧ 'ਚ ਲਗਾਈ? ਵਾਹਿਗੁਰੂ ਜੀ 31/3/2019 ਨੂੰ ਇਸ ਨੂੰ ਸੋਹਣਾ ਦਿੱਖ ਦੇਣ ਵਾਸਤੇ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਕਿ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ। ਵਾਹਿਗੁਰੂ ਗੁਰੂ ਘਰ ਆਪਾਂ ਜਦੋਂ ਵੀ ਆਉਂਦੇ ਆ, ਚਲੋ ਸਭ ਤੋਂ ਪਹਿਲਾਂ ਮੈਂ ਆਪਣੇ ਦੇ ਗੱਲ ਆਉਣਾ। ਮੇਰੇ ਘਰ ਦਾ ਦਰਵਾਜ਼ਾ ਕੋਈ ਆ ਕੇ, ਮੰਨ ਲਓ ਮੈਂ ਕਿਤੇ ਗਿਆ ਵਾਂ, ਮੇਰੇ ਘਰ ਦਾ ਦਰਵਾਜ਼ਾ ਆ ਕੇ ਕੋਈ ਤੋੜ ਜਾਵੇ, ਮੰਨ ਲਓ ਮੇਰੇ ਕੋਲ ਪੈਸੇ ਨਾ ਹੋਣ, ਮੈਂ ਕਿਤੋਂ ਵੀ ਪੈਸੇ ਫੜ ਕੇ ਆਪਣੇ ਘਰ ਦਾ ਦਰਵਾਜ਼ਾ ਬਣਾਵਾਂਗਾ, ਕਿਤੋਂ ਵੀ ਪੈਸੇ ਲੋਨ ਲਊਂਗਾ, ਕਿਸੇ ਰਿਸ਼ਤੇਦਾਰ ਤੋਂ ਲਊਂਗਾ। ਬਾਕੀ ਮੇਰੇ ਗੁਰੂ ਘਰ ਦਾ ਦਰਵਾਜ਼ਾ ਜੇ ਕੋਈ ਢਾਊਗਾ, ਸੰਗਤਾਂ ਨੂੰ ਕਿੱਦਾਂ ਲੱਗੂਗਾ? ਇਸ ਸੰਬੰਧ ਵਿੱਚ ਵਾਹਿਗੁਰੂ ਇਹ ਟੀ-ਸ਼ਰਟ ਹੀ ਪਾਈ ਆ। ਇਹ ਮਤਲਬ ਤੁਸੀਂ ਕੀ ਸੋਚਦੇ ਜੇ ਇਹਨੂੰ ਕੰਮ ਰਕਾਉਣ ਦਾ ਮਤਲਬ ਕਿਉਂ, ਕਾਰਨ ਕੀ ਸੀ? ਵਾਹਿਗੁਰੂ ਜੀ ਇਸ ਬਾਰੇ ਕੋਈ ਸਾਨੂੰ ਪਤਾ ਨਹੀਂ ਹੈ। ਹਰਸਿਮਰਨ ਸਿੰਘ। ਇੱਥੋਂ ਤਰਨਤਾਰਨ ਦੇ ਰਹਿਣ ਵਾਲੇ? ਹਾਂਜੀ ਸਰ। ਕੀ ਕਹਿਣਾ ਚਾਹੁੰਦੇ ਜੇ ਦਰਸ਼ਨ ਦਿਓੜੀ ਬਾਰੇ? ਤੁਸੀਂ ਵੀ ਆ ਟੀ-ਸ਼ਰਟ ਤੇ ਫੋਟੋ ਲਗਾਈ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਬੱਚਿਆਂ ਨੇ ਤੁਹਾਨੂੰ ਦੱਸ ਦਿੱਤਾ ਕਿ 31 ਮਾਰਚ 2019 ਤੋਂ ਇਸ ਨੂੰ ਸੋਹਣਾ ਬਣਾਉਣ ਵਾਸਤੇ ਇਹਦਾ ਕੰਮ ਸ਼ੁਰੂ ਕੀਤਾ ਗਿਆ ਸੀਗਾ, ਜਿਹੜਾ ਕਿ ਹੁਣ ਲਗਭਗ 2 ਸਾਲ 4 ਮਹੀਨੇ ਦਾ ਸਮਾਂ ਬੀਤ ਗਿਆ ਵਾ, ਲੇਕਿਨ ਅਜੇ ਵੀ ਇਹ ਦਰਵਾਜ਼ਾ ਉਸੇ ਤਰ੍ਹਾਂ ਹੀ ਹੈ। ਤੇ ਰੋਜ਼ ਸੰਗਤਾਂ ਵੀ ਇੱਥੇ ਲਾਈਕ ਹਜ਼ਾਰਾਂ ਦੀ ਤਾਦਾਦ ਵਿੱਚ ਵੀ ਆਉਂਦੀਆਂ। ਜਦੋਂ ਮੱਸਿਆ ਚੌਦਿਆਂ ਹੁੰਦੀ ਆ, ਜਦੋਂ ਪ੍ਰਕਾਸ਼ ਪੁਰਬ ਹੁੰਦਾ ਵਾ, ਉਦੋਂ ਵੀ ਨਤਮਸਤਕ ਹੁੰਦੀਆਂ ਨੇ ਇੱਥੇ ਸੰਗਤਾਂ। ਤੇ ਉਹ ਵੀ ਸੋਚਦੀਆਂ ਹੋਣਗੀਆਂ ਕਿ ਡੇਲੀ ਆ ਕੇ, ਕਿ ਜਿਹੜੇ ਤਾਂ ਡੇਲੀ ਆਉਂਦੇ ਉਹਨਾਂ ਨੂੰ ਵੀ ਹੁੰਦਾ ਕਿ ਅਸੀਂ ਡੇਲੀ ਐਸ ਦਰਸ਼ਨੀ ਗੇਟ ਦਾ ਮਤਲਬ ਵੀ ਹੁੰਦਾ ਕਿ ਉੱਥੋਂ ਅਸੀਂ ਸਭ ਤੋਂ ਪਹਿਲਾਂ ਦਰਸ਼ਨ ਹੀ ਦਰਸ਼ਨੀ ਗੇਟ ਦੇ ਹੁੰਦੇ ਆ, ਦਰਸ਼ਨੀ ਦਿਓੜੀ ਦੇ ਹੁੰਦੇ ਆ। ਜੇਕਰ ਉਹ ਦਰਸ਼ਨੀ ਦਿਓੜੀ ਰਾਹੀਂ ਉੱਪਰੋਂ ਵੇਖ ਕੇ ਲੰਘਦੇ ਆ ਜੀ, ਉਹਨਾਂ ਦੇ ਵੀ ਦਿਲ ਤੇ ਕੀ ਬੀਤਦੀ ਹੋਗੀ। ਮੰਨ ਲਓ ਕਿ ਜਿਵੇਂ ਮੈਂ ਆਪਣੇ ਘਰ ਦਾ ਹੀ ਕੰਮ ਸ਼ੁਰੂ ਕੀਤਾ ਹੋਵੇ, ਮੈਂ ਆਪਣੇ ਘਰ ਨੂੰ ਸੋਹਣਾ ਕਰਨ ਵਾਸਤੇ, ਦਰਵਾਜ਼ਾ ਸੋਹਣਾ ਕਰਨ ਵਾਸਤੇ ਉਹਦਾ ਕੰਮ ਸ਼ੁਰੂ ਕੀਤਾ ਸੀਗਾ, ਜਿਹੜਾ ਕਿ ਕੁਝ ਕਾਰਨਾਂ ਕਰਕੇ ਮੇਰੇ ਕੋਲ ਰੁਕ ਗਿਆ। ਉਸ ਰੁਕੇ ਹੋਏ ਕੰਮ ਨੂੰ ਮੈਂ ਤਕਰੀਬਨ 10 ਦਿਨ 20 ਦਿਨ ਜਾਂ 30 ਦਿਨ ਤੱਕ ਰੋਕ ਕੇ ਰੱਖਾਂਗਾ। ਉਸ ਤੋਂ ਬਾਅਦ ਤਾਂ ਮੈਂ ਆਪਣੇ ਘਰ ਦਾ ਵੀ ਦਰਵਾਜ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਬਣਾ ਲਵਾਂਗਾ, ਚਾਹੇ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਫੜਾਂ, ਚਾਹੇ ਆਪਣੇ ਯਾਰਾਂ ਦੋਸਤਾਂ ਤੋਂ ਕੋਈ ਹੀਲਾ ਵਸੀਲਾ ਕਰੂੰਗਾ, ਕੋਈ ਬੈਂਕ ਤੋਂ ਲੋਨ ਲਵਾਂਗਾ, ਕੁਝ ਨਾ ਕੁਝ ਕਰਾਂਗਾ, ਲੇਕਿਨ ਆਪਣੇ ਦਰਵਾਜ਼ੇ ਨੂੰ ਬਣਾ ਦੇਵਾਂਗਾ। ਜਿਹੜੀਆਂ ਲਾਈਟਾਂ ਸੀ ਨਾ, ਇਹ ਲਾਈਟਾਂ ਸਾਰੀਆਂ ਬਾਹਰ ਵੱਲ ਕਰਤੀਆਂ ਤਾਂ ਕਿ ਅੱਖਾਂ ਤੇ ਪੈਣ, ਇਹਨਾਂ ਨੂੰ ਪੈਣ ਨਾ। ਜੁੱਤੀਆਂ ਸਮੇਤ ਉੱਪਰ ਚੜੇ ਸੀ। ਇਹ ਤਾਂ ਫਿਰ ਉਹ ਗੱਲ ਹੋ ਗਈ ਨਾ, ਦੁਬਾਰਾ ਆਪਾਂ ਉਹਨਾਂ ਬੰਦਿਆਂ ਨੂੰ ਇਕੱਠੇ ਕਰਨ ਲਈ ਮਜਬੂਰ ਕਰਨੇ ਪਏ ਜਿਨ੍ਹਾਂ ਨੇ ਕੰਮ ਰੋਕਿਆ ਸੀਗਾ ਜਾਂ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀਗਾ। ਆਪਾਂ ਜਿਹੜਾ ਹੱਲ ਪਿਆਰ ਨਾਲ ਮਸਲਾ ਹੋ ਰਿਹਾ, ਵਾਹਿਗੁਰੂ ਜੀ ਪਿਆਰ ਨਾਲ ਹੱਲ ਹੋਣ ਦਿਓ ਮਸਲਾ। ਜਿਵੇਂ ਕਹਿ ਰਹੇ ਕਿ ਸਾਡੀਆਂ ਮੀਟਿੰਗਾਂ ਇੱਕ ਚੱਲਦੀਆਂ ਪਈਆਂ, ਪਿਆਰ ਦੇ ਨਾਲ ਚੱਲਦੀਆਂ ਪਈਆਂ। ਇੱਕ ਕਹਿੰਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਪ੍ਰੋਬਲਮ ਹੋਣਾ ਚਾਹੀਦਾ, ਪ੍ਰੋਬਲਮ ਰਹੇਗੀ ਜਿੰਨਾ ਚਿਰ ਉਹਦਾ ਸੋਲੂਸ਼ਨ ਨਹੀਂ ਕੱਢਿਆ ਜਾਂਦਾ। ਜਦੋਂ ਸੋਲੂਸ਼ਨ ਹਰ ਚੀਜ਼ ਦਾ ਨਿਕਲਦਾ ਪਿਆ, ਆਪਾਂ ਕਿਉਂ ਕਿਸੇ ਨੂੰ ਹੁਣ ਦੁਬਾਰਾ ਉਸ ਚੀਜ਼ਾਂ ਲਈ ਟੋਲਰੇਟ ਕਰਦੇ ਪਏ ਹਾਂ? ਕਿਉਂ ਨਹੀਂ ਸ਼੍ਰੋਮਣੀ ਕਮੇਟੀ ਇੱਥੇ ਪੈਸਾ ਲਾਂਦੀ ਪਈ? ਜਦੋਂ ਸੁਲਤਾਨਪੁਰ ਲੋਧੀ ਤੇ ਕਰੋੜਾਂ ਰੁਪਈਆ ਲੱਗਾ, ਸੁਲਤਾਨਪੁਰ ਲੋਧੀ ਤੇ ਕਰੋੜਾਂ ਰੁਪਈਆ ਲੱਗਾ। ਜੇ ਉੱਥੇ ਲੱਗ ਸਕਦਾ, ਕੀ ਗੱਲ ਗੇਟ ਵਾਸਤੇ ਨਹੀਂ ਲੱਗ ਸਕਦਾ?
ਵੈਸੇ ਤੁਸੀਂ ਕੀ ਸੋਚ ਕੇ ਕਹਿਣਾ ਚਾਹੁੰਦੇ ਜੇ ਮਤਲਬ ਸ਼੍ਰੋਮਣੀ ਕਮੇਟੀ ਨਹੀਂ ਬਣਾਉਂਦੀ, ਪੈਸੇ ਨਹੀਂ ਲਾਉਂਦੀ ਇੱਥੇ? ਇਹ ਲਾਣਾ ਚਾਹਵੇ ਤੇ ਕਿਉਂ ਨਹੀਂ ਲਾ ਸਕਦੀ, ਉਹਨਾਂ ਨੂੰ ਲਾਣਾ ਚਾਹੀਦਾ। ਇਹ ਜਦੋਂ ਵੀ ਆ ਕੇ ਕੋਈ ਆ ਕੇ ਕੋਈ ਨੌਨ ਸਿੱਖ ਜਾਂ ਸਿੱਖ ਆ ਕੇ ਜਦੋਂ ਐ ਖਲੋ ਕੇ ਐ ਦੇਖਦਾ ਨਾ ਤੇ ਵਿਸ਼ਵਾਸ ਕਰਿਓ ਐ ਛੁਰੀਆਂ ਚੱਲਦੀਆਂ ਦਿਲ ਤੇ। ਇਹ ਐ ਮਹਿਸੂਸ ਹੁੰਦਾ ਕਿ ਕੀ ਗੱਲ, ਮੇਰੀ ਇੱਕ ਗੱਲ ਸੁਣੋ, ਸਿੱਖ ਇੰਨਾ ਵੀ ਨਹੀਂ ਕਰ ਸਕਦੇ ਕਿ ਅਸੀਂ ਲੋਕ ਗੇਟ ਬਣਾ ਸਕੀਏ। ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੁਹਾਡੀ ਗੱਲ ਨਾਲ ਸਹਿਮਤ ਆ ਕਿ ਸਿੱਖ ਇੰਨਾ ਵੀ ਨਹੀਂ ਕਰ ਸਕਦੇ ਕਿ ਇਸ ਗੇਟ ਨੂੰ ਬਣਾ ਸਕਣ। ਇਹੀ ਵਾਹਿਗੁਰੂ ਜੀ ਗੱਲ ਕੀਤੀ ਗਈ ਹੈ ਕਿ ਜਾਂ ਕੋਈ ਜਥੇਬੰਦੀ ਅੱਗੇ ਆ ਜੇ ਜਾਂ ਕੋਈ ਸਾਧ ਸੰਗਤ ਅੱਗੇ ਆ ਜੇ, ਇਸ ਗੇਟ ਨੂੰ ਬਣਾ ਲਵੇ। ਆਪਾਂ ਐਸਜੀਪੀਸੀ ਤੇ ਨਾ ਡਿਪੈਂਡ ਰਹੀਏ। ਜੇਕਰ ਐਸਜੀਪੀਸੀ ਇਸ ਚੀਜ਼ ਨੂੰ ਨਹੀਂ ਬਣਾ ਪਾ ਰਹੀ ਤੇ ਸਾਧ ਸੰਗਤ ਦੁਆਰਾ ਇੱਕ ਮਤਾ ਪਾਸ ਕਰ ਲਿਆ ਜਾਵੇ ਕਿ ਇਸ ਨੂੰ ਕਹਿ ਦੇਣ ਕਿ ਸਾਨੂੰ ਇਸ ਦੀ ਸੇਵਾ ਦੇ ਦਿੱਤੀ ਜਾਵੇ, ਅਸੀਂ ਆਪੇ ਕਰ ਲਵਾਂਗੇ। ਇੱਕ ਅਕਾਊਂਟ ਬਣਾ ਲਵਾਂਗੇ ਦਰਸ਼ਨੀ ਡਿਊਟੀ ਦੇ ਨਾਂ ਤਾਂ, ਜਿਹਦੇ ਵਿੱਚ ਹਰ ਟ੍ਰਾਂਜੈਕਸ਼ਨ ਕ੍ਰੈਡਿਟ ਦੇ ਨਾਂ ਦੀ ਆਏਗੀ। ਜੇਕਰ ਤੁਸੀਂ 10 ਰੁਪਏ ਵੀ ਉਹਦੇ ਵਿੱਚ ਪਾਓਗੇ, ਤੁਸੀਂ 10 ਰੁਪਏ ਦੀ ਵੀ ਡਿਟੇਲ ਕਢਾ ਸਕਦੇ ਜੇ। ਜਦੋਂ ਸਾਨੂੰ ਪਤਾ ਲੱਗਿਆ 1.5-2 ਕਰੋੜ ਰੁਪਏ ਦੇ ਵਿੱਚ ਇਹ ਚੀਜ਼ ਬਣ ਰਹੀ ਆ, ਜਿਸ ਨੇ 5 ਰੁਪਏ ਵੀ ਡੋਨੇਟ ਕੀਤੇ ਹੋਣਗੇ ਉਹ 5 ਰੁਪਏ ਦਾ ਵੀ ਹਿਸਾਬ ਲੈ ਸਕਦਾ ਕਿ ਮੈਂ ਇਸ ਚੀਜ਼ ਲਈ 5 ਰੁਪਏ ਦਿੱਤੇ ਆ, ਮੈਂ 5 ਰੁਪਏ ਦਾ ਹਿਸਾਬ ਮੰਗਣਾ ਹੈ। ਜਦੋਂ ਪਤਾ ਲੱਗ ਗਿਆ 1.5 ਕਰੋੜ ਦੇ ਵਿੱਚ ਲਾਗਤ ਨਾਲ ਜਾਂ 2 ਕਰੋੜ ਦੀ ਲਾਗਤ ਨਾਲ ਇਹ ਚੀਜ਼ ਬਣਨੀ ਆ, ਅਸੀਂ ਉਦੋਂ ਸ਼ੁਰੂ ਕਰਾਂਗੇ। ਜਦੋਂ ਦਰਸ਼ਨ ਜਿਹੜੀ ਬਣ ਕੇ ਸਾਹਮਣੇ ਆ ਜਾਵੇਗੀ, ਅਸੀਂ ਉਹ ਅਕਾਊਂਟ ਕਲੋਜ਼ ਕਰ ਦੇਵਾਂਗੇ, ਡੀਐਕਟੀਵੇਟ ਕਰ ਦੇਵਾਂਗੇ ਕਿ ਦੁਬਾਰਾ ਉਸ ਅਕਾਊਂਟ ਦੇ ਵਿੱਚ ਪੈਸੇ ਨਾ ਪੈ ਸਕਣ। ਵੀਰ ਜੀ ਇੱਕ ਗੱਲ ਯਾਦ ਰੱਖਿਓ, ਜੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰੋਗੇ ਨਾ, ਇਹ ਜਿੰਨੇ ਰਾਜਨੀਤਿਕ ਲੀਡਰ ਨੇ ਨਾ, ਸਾਰਿਆਂ ਨੇ ਅੱਗੇ ਆ ਕੇ ਤੁਹਾਡੇ 1.5-2 ਕਰੋੜ ਨੂੰ ਪਿੱਛੇ ਲਾ ਕੇ ਨਾ, ਉਹਨਾਂ ਨੇ ਕਹਿਣਾ ਨਹੀਂ ਜੀ ਹਮ ਪ੍ਰਧਾਨ ਹੈ ਅਸੀਂ ਕਰਾਂਗੇ। ਉਹਨਾਂ ਨੇ ਉਹ ਨਹੀਂ ਕਰਨਾ ਸਰ। ਤੁਸੀਂ ਦੇਖਿਓ ਜੇ ਅੱਗੇ ਜਿਨ੍ਹਾਂ ਨੇ 4 ਲੀਡਰਾਂ ਨੇ, ਮੇਰੀ ਇੱਕ ਗੱਲ ਸੁਣ ਲਓ। ਹਾਂ, ਰਾਜਨੀਤਿਕ ਪਾਰਟੀਆਂ ਅੱਗੇ ਆਉਣਗੀਆਂ, ਤੁਸੀਂ ਉਹਨਾਂ ਨੂੰ ਇਦਾਂ ਕਹਿ ਸਕਦੇ ਜੇ ਕਿ ਤੁਸੀਂ ਕੌਣ ਹੁੰਦੇ ਅੱਗੇ ਆਉਣ ਵਾਲੇ? ਜਦੋਂ ਇੰਨੇ ਚਿਰ ਦਾ 2 ਸਾਲ 4 ਮਹੀਨੇ ਤੋਂ ਇੰਨਾ ਸਮਾਂ ਲੰਬਾ ਬੀਤ ਗਿਆ ਸਮਾਂ, ਉਦੋਂ ਤੁਸੀਂ ਕਿੱਥੇ ਸੀਗੇ? ਜਦੋਂ ਤੁਹਾਨੂੰ ਪਤਾ ਕਿ ਦਰਸ਼ਨੀ ਡਿਊਟੀ ਇੱਕ ਸਭ ਦਾ ਹਾਈਲਾਈਟ ਹੋ ਰਹੀ ਹੈ ਤੇ ਤੁਸੀਂ ਉਦੋਂ ਆਪਣੇ ਰੋਟੀਆਂ ਸੇਕਣ ਲਈ ਜਦੋਂ ਨਹੀਂ ਕਹਿਣਾ ਚਾਹੀਦਾ ਨਾ। ਇੱਧਰ ਦੇਖੋ, ਜਦੋਂ ਢਾਂਦੇ ਪਏ ਸੀ ਇੱਥੇ ਜਾ ਕੇ, ਮੇਰੀ ਇੱਕ ਗੱਲ ਸੁਣ ਲਓ, ਐਸਐਸਪੀ ਨੂੰ ਰਾਤ ਦਾ ਜਣੇ ਭਾਜੀ ਐਸਐਸਪੀ ਕਿਉਂ ਨਹੀਂ ਦਈ? ਕਾਰਨ ਇਹ ਹੈ ਕਿ ਤੁਸੀਂ ਸੁੱਤੇ ਪਏ ਜੇ। ਇਹ ਐਸ ਕਰਕੇ ਰੋਕੀ ਗਈ ਸੀ ਕਿ ਸੋਨਾ ਬਣਾਉਣ ਵਾਸਤੇ ਕੰਮ ਸ਼ੁਰੂ ਕੀਤਾ ਗਿਆ ਸੀਗਾ। ਕੰਮ ਅਜੇ ਤੱਕ ਨਹੀਂ ਪੂਰਾ ਹੋ ਸਕਿਆ। ਇਹ ਪੁਰਾਤਨ ਚੀਜ਼ ਸੀਗੀ, ਜਿਨ੍ਹਾਂ ਨੇ ਇਹਨੂੰ ਰੋਕਿਆ ਸੀਗਾ ਪੁਰਾਤਨ ਕਹਿ ਕੇ ਰੋਕਿਆ ਸੀਗਾ। ਫਿਰ ਅੱਜ ਸਾਹਮਣੇ ਕਿਉਂ ਨਹੀਂ ਆ ਰਹੇ ਜਿਨ੍ਹਾਂ ਨੇ ਇਹਨੂੰ ਪੁਰਾਤਨ ਕਹਿ ਕੇ ਰੁਕਵਾਇਆ ਸੀਗਾ? ਜੇ ਪੁਰਾਤਨ ਸੀਗੀ ਤੇ ਫਿਰ ਚੀਜ਼ਾਂ ਇਦਾਂ ਪੁਰਾਤਨ ਰੱਖੀਆਂ ਹੁੰਦੀਆਂ। ਵਾਹਿਗੁਰੂ ਜੀ, ਪੁਰਾਤਨ ਚੀਜ਼ਾਂ ਦੀ ਸਾਂਭ ਸੰਭਾਲ ਅੱਗੇ ਹੋਣਾ ਚਾਹੀਦਾ। ਦੇਖੋ ਆਹ ਜਿਹੜੀਆਂ ਬਣੀਆਂ ਨੇ ਨਾ, ਆਹ ਵੀ ਸੇਵਾ ਦੇ ਵਿੱਚ ਬਣੀਆਂ ਨੇ ਨਾ। ਆਹ ਮੇਰੀ ਇਹ ਗੱਲ ਤੋਂ ਤਰੇੜਾਂ ਕਿਉਂ ਆਈਆਂ ਨੇ? ਇਹ ਸੰਗਤ ਦਾ ਪੈਸਾ ਨਹੀਂ ਲੱਗਾ, ਇਹਦੇ 'ਚ ਕੋਈ ਤਰੇੜ ਨਹੀਂ। ਮੈਂ ਤੁਹਾਨੂੰ ਪੀਸ ਵੀ ਦਿਖਾ ਦੂੰਗਾ, ਫੁੱਲ ਉੱਤੋਂ ਡਿੱਗੇ ਨੇ। ਆ ਜਿਹੜੇ ਬਣੇ ਹੋਏ ਨੇ ਪੱਤੇ ਡੇਗੇ ਗਏ ਆ। ਜਦੋਂ ਡੇਗੇ ਆ ਨਾ, ਉੱਤੋਂ ਡਿੱਗ ਕੇ ਥੱਲੇ ਆਏ, ਫੇਰ ਵੀ ਉਹ ਭੁਰੇ ਨਹੀਂ। ਉਹਦਾ ਮਤਲਬ ਜੇ ਫੁੱਲ ਨਹੀਂ ਭੁਰੇ ਤੇ ਐਡਾ ਵੱਡਾ ਸਟਰਕਚਰ ਇਹਨੂੰ ਕੁਝ ਹੋ ਸਕਦਾ? ਇਹ ਫਿਰ ਮਤਲਬ ਆਪਾਂ ਇਹ ਸੋਚ ਸਕਦੇ ਹਾਂ ਵੀ ਕਾਰ ਸੇਵਾ ਦੇ ਨਾਂ ਤੇ ਫਿਰ ਬਿਜ਼ਨਸ ਨਹੀਂ ਜੇ ਉਹ ਟੁੱਟਾ ਨਹੀਂ, ਮਤਲਬ ਫਿਰ ਉਹਨੂੰ ਰਿਪੇਅਰ ਵੀ ਕੀਤਾ ਜਾ ਸਕਦਾ ਹੈ ਨਾ। ਰਿਪੇਅਰ ਵੀ ਕੀਤਾ ਜਾ ਸਕਦਾ ਸੀ, ਰਿਪੇਅਰ ਵੀ ਕੀਤਾ ਜਾ। ਬਠਿੰਡੇ ਮੇਰੀ ਇੱਕ ਗੱਲ ਸੁਣੋ, ਕਿਲੇ ਦੇ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਗੁਰਦੁਆਰਾ ਬਣਿਆ ਹੋਇਆ ਕਿਲੇ ਦੇ ਵਿੱਚ, ਔਰ ਉਹਦੇ ਜਾ ਕੇ ਦੇਖ ਲਓ ਐਡੇ ਚੌੜੇ 5 ਗਾਰਡਰ ਲੱਗੇ ਹੋਏ ਨੇ। ਤੇ ਕੀ ਗੱਲ, ਉਹ ਫਿਰ ਕਿਲੇ ਨੂੰ ਤੋੜ ਕੇ ਤੁਸੀਂ ਗੁਰਦੁਆਰਾ ਬਣਾ ਦਿਓ? ਕਿਉਂ ਨਹੀਂ ਉੱਥੇ ਬਣਾਉਂਦੇ ਪਏ? ਸਮਝੇ ਕਿ ਨਹੀਂ? ਇਹਨੂੰ ਇੱਕ ਸਿਰਫ ਇਹ ਕਮਾਈ ਦਾ ਜਰੀਆ ਬਣਦਾ ਪਿਆ ਸੀ। ਇਹਨਾਂ ਨੂੰ ਕਿਸੇ ਨੂੰ ਧਰਮ ਨਾਲ ਕੋਈ ਮਤਲਬ ਨਹੀਂ। ਮੈਨੂੰ 30-35 ਸਾਲ ਬੰਦੇ ਹੋ ਗਏ ਇੱਥੇ। ਬਾਬੇ ਬਹੁਤ ਕੰਮ ਵਧੀਆ ਕਰਨ ਦਾ। ਇਹ ਇੱਥੇ ਪਿਸ਼ਾਬ ਕੋਲ ਜਗ੍ਹਾ ਨਹੀਂ ਠਾਂ ਹੁੰਦੀ, ਜਿੱਦਾਂ ਬਾਬਿਆਂ ਬਹੁਤ ਵਧੀਆ ਕੰਮ ਬਣਾਇਆ, ਬਹੁਤ ਜ਼ਿਆਦਾ। ਦੁਕਾਨਾਂ ਵਾਲਿਆਂ ਨੇ ਕਿਰਾਇਆ ਦੇਣ ਦਿਆ ਮਾਰਿਆ, ਰੌਲਾ ਰੱਪਾ ਪਾਇਆ, ਗੱਲ ਕੋਈ ਨਹੀਂ ਹੋਈ। ਉੱਤੇ ਦਾਸ ਹੁੰਦਾ ਰਿਹਾ। ਉੱਤੇ ਜਿਹੜੀ ਨਾ ਬਾਬਾ ਜੀ ਗੱਲ ਸੁਣੋ, ਉੱਤੇ ਮੀਨਾਕਾਰੀ ਬਹੁਤ ਖਸਕਾ ਡਿੱਗਣ ਵਾਲਾ ਹੋਇਆ। ਚੋਰੀ ਕਿਉਂ ਢਾਇਆ? ਦਿਨੇ ਢਾਉਂਦੇ ਕਿਉਂ? ਲਾਈਟਾਂ ਨੂੰ ਕਿਉਂ ਢਾਇਆ? ਚੋਰਾਂ ਨੂੰ ਸੰਗਤਾਂ ਦਾ ਚੈਲੰਜ ਕਰਦੇ ਨਹੀਂ, ਸੰਗਤਾਂ ਚੈਲੰਜ ਕਰਦੇ ਇਹ ਢਾਉਣਾ ਵਾ। ਸੰਗਤਾਂ ਇਕੱਠੀਆਂ ਹੁੰਦੀਆਂ, ਨਹੀਂ ਗੁੱਸਾ ਨਹੀਂ ਕਰਨਾ। ਇੱਧਰ ਦੇਖੋ, ਪਿਆਰ ਨਾਲ ਕਰਦੇ ਸੰਗਤਾਂ ਜ਼ਿੰਮੇਵਾਰੀਆਂ ਪੈਂਦੀਆਂ। ਇਹ ਜਿਹੜਾ ਕੰਮ ਸੀ ਨਾ, ਜਦੋਂ ਆਪਾਂ ਸੇਵਾ ਕਰਦੇ ਪਏ ਆ ਤੇ ਸੇਵਾ ਆਪਾਂ ਨੂੰ ਜਦੋਂ ਕੋਈ ਸਮਾਗਮ ਹੁੰਦਾ ਤੇ ਸਮਾਗਮ ਦੀ ਆਪਾਂ ਰਕਸ਼ੇ ਤੇ ਮੇਰੀ ਗੱਲ ਤੋਂ ਅਨਾਉਂਸਮੈਂਟ ਕਰਦੇ ਆ ਨਾ ਕਿ ਮੇਰੀ ਇਹ ਗੱਲ ਸੁਣ ਲਓ, ਇਹ ਸਮਾਗਮ ਹੋਣਾ ਤੇ ਸਮਾਗਮ ਤੇ ਸਾਰੇ ਹੁਮ ਆ ਕੇ ਪਹੁੰਚੋ। ਤੇ ਇੱਕ ਵਾਰੀ ਕਾਰ ਸੇਵਾ ਜਦੋਂ
ਇੱਥੇ ਮੇਰੀ ਗੱਲ ਸੁਣ ਲਓ, ਸਰੋਵਰ ਦੀ ਕਾਰ ਸੇਵਾ ਹੋਈ ਸੀ ਨਾ, ਤੇ ਲੋਕਾਂ ਨੂੰ ਮੇਰੀ ਇੱਕ ਗੱਲ ਤੋਂ ਇੱਕ ਇੱਕ ਬਾਲਟਾ ਚੁੱਕਣ ਦੀ ਵਾਰੀ ਨਹੀਂ ਸੀ ਮਿਲਦੀ ਪਈ। ਔਰ ਜੇ ਕੀਤਾ ਹੋਵੇ ਬੜਾ ਮੁਸ਼ਕਲ ਧੱਕੇ ਲੋਕਾਂ ਨੂੰ ਵੱਜਦੇ ਆ, ਬੜਾ ਮੁਸ਼ਕਲ। ਤੁਸੀਂ ਬੱਚੇ ਨੂੰ ਪੁੱਛੋ ਇੱਕ ਮਿੰਟ, ਇਹਨੇ ਟੀ-ਸ਼ਰਟ ਕਿਉਂ ਪਾਈ ਆ? ਤੁਸੀਂ ਉਦੋਂ ਇੱਥੇ ਨਹੀਂ ਸੀ ਹੈਗੇ ਜਦੋਂ ਇਸ ਬੱਚੇ ਨੇ ਜਵਾਬ ਦਿੱਤਾ। ਪੁੱਤ ਦੁਬਾਰਾ ਦੱਸ ਕਿ ਤੂੰ ਟੀ-ਸ਼ਰਟ ਕਿਉਂ ਪਾ ਕੇ ਆਉਣਾ ਇੱਥੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 31 ਮਾਰਚ 2019 ਨੂੰ ਵਾਹਿਗੁਰੂ ਜੀ ਇਸ ਨੂੰ ਸੋਹਣਾ ਬਣਾਉਣ ਲਈ ਇਸ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਵਾਸਤੇ ਕੰਮ ਸ਼ੁਰੂ ਕੀਤਾ ਗਿਆ ਸੀਗਾ, ਹਜੇ ਤੱਕ ਪੂਰਾ ਨਹੀਂ ਹੋਇਆ। ਠੀਕ ਹੈ ਜੀ। ਵਾਹਿਗੁਰੂ ਕਰੇ ਇਹ ਅਰਦਾਸ ਕਰਦਾ ਮੈਂ ਵਾਹਿਗੁਰੂ ਕਰੇ ਅਰਦਾਸ ਕਰਦਾ ਵੀ ਜਲਦੀ ਜਲਦੀ ਦਰਸ਼ਨ ਜੜੀ ਬਣੇ। ਵਾਹਿਗੁਰੂ ਜੀ, ਬੱਚਾ ਤੱਕ ਸਮਝ ਰਿਹਾ ਇਹਨਾਂ ਚੀਜ਼ਾਂ ਨੂੰ ਕਿ ਇਹਨੂੰ ਸੋਹਣਾ ਬਣਾਉਣ ਵਾਸਤੇ ਕੰਮ ਸ਼ੁਰੂ ਕੀਤਾ ਗਿਆ ਸੀਗਾ, ਅਜੇ ਤੱਕ ਪੂਰਾ ਨਹੀਂ ਹੋਇਆ। ਜੇ ਇਹ ਕਹਿੰਦੇ ਆ ਕਿ ਦੁਬਾਰਾ ਉਸੇ ਤਰੀਕੇ ਨਾਲ ਸਾਨੂੰ ਦਰਸ਼ਨ ਜੋੜੀ ਦੇ ਦਿਓ, ਫਿਰ ਕਾਦੀ ਲੜਾਈ ਇੱਥੇ? ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਕਿ ਹੱਲ ਮਸਲੇ ਹੋ ਸਕਦੇ। ਹਾਲੇ ਵੀ ਆ ਗੇਟ ਢਾਣ ਦੀ ਜ਼ਰੂਰਤ ਨਹੀਂ, ਹਾਲੇ ਵੀ ਗੇਟ ਢਾਣ ਦੀ ਜ਼ਰੂਰਤ ਨਹੀਂ। ਉੱਤੋਂ ਠੀਕ ਹਾਲੇ ਵੀ ਠੀਕ ਕੀਤਾ ਜਾਵੇ। ਗੱਲ ਸਮਝ ਗਿਆ। ਤੁਸੀਂ ਇਹ ਚਾਹੁੰਦੇ ਜੇ ਕਿ ਇਹ ਪੁਰਾਤਨ ਰੂਪ ਦੇ ਵਿੱਚ ਦੁਬਾਰਾ ਆ ਜਾਵੇ? ਪੁਰਾਤਨ ਪਿਆਰ ਨਾਲ ਕਹੋ ਵਾਹਿਗੁਰੂ ਜੀ, ਮੈਂ ਗੁਰੂ ਘਰ ਮੈਂ ਨਾ ਵੀਰ ਜੀ, ਪੁਰਾਤਨ ਆਪਾਂ ਗੁੱਸੇ ਤਾਂ ਹੈ ਹੀ ਨਹੀਂ, ਪਰ ਜਦੋਂ ਢਾਇਆ ਗਿਆ ਸੀ ਨਾ, ਅਸੀਂ ਆਪਣੀ ਇਹਨਾਂ ਅੱਖਾਂ ਨਾਲ ਦੇਖਿਆ। ਅਸੀਂ ਵੀਰ ਜੀ ਆਪਣੀ ਅੱਖਾਂ ਨਾਲ ਦੇਖਿਆ, ਜਦੋਂ ਢਾਇਆ ਗਿਆ ਸੀ ਨਾ, ਚੋਰਾਂ ਵਾਂਗਰ ਢਾਇਆ ਗਿਆ ਸੀ। ਚਲੋ ਵਾਹਿਗੁਰੂ ਜੀ, ਠੀਕ ਆ, ਢਾਇਆ ਗਿਆ, ਉਹਨਾਂ ਕੋਲ ਗਲਤੀ ਹੋਈ ਆ, ਹੈ ਗਲਤੀ ਹੋਈ, ਮੰਨਦੇ ਜੇ ਗਲਤੀ ਹੋਈ ਆ। ਤਕੜੀ ਗਲਤੀ ਹੋਈ। ਵਾਹਿਗੁਰੂ ਜੀ ਇੱਕ ਮਿੰਟ ਬਾਬਾ, ਗੁੱਸੇ ਨਾਲ ਨਹੀਂ ਠੀਕ ਹੈ ਜੀ। ਇਹ ਵੀ ਹਾਂ, ਗਲਤੀ ਹੋਈ ਮੰਨਦੇ ਆ, ਹਰੇਕ ਗਲਤੀ ਦੀ ਖਿਮਾ ਹੁੰਦੀ ਆ। ਅਸੀਂ ਉਹਨਾਂ ਅੱਗੇ ਹੱਥ ਜੋੜ ਕੇ ਅਰਦਾਸ ਕਰਾਂਗੇ ਕਿ ਵਾਹਿਗੁਰੂ ਜੀ, ਜੇ ਤੁਹਾਡੇ ਕੋਲ ਗਲਤੀ ਹੋਈ ਹੈ, ਜੋ ਗੁੰਮਟ ਤੁਹਾਡੇ ਕੋਲ ਥੱਲੇ ਡਿੱਗੇ ਸੀਗੇ ਅਣਜਾਣੇ ਦੇ ਵਿੱਚ, ਤੁਸੀਂ ਦੁਬਾਰਾ ਉਹੀ ਲਿਆ ਕੇ ਇੱਥੇ ਰੱਖ ਦਿਓ। ਇਹ ਤੋਂ ਵੱਡੀ ਅਸੀਂ ਮਸਲੇ ਨੂੰ ਹੱਲ ਕਰੀਏ ਤਾਂ ਵਾਹਿਗੁਰੂ ਜੀ ਕਿੱਡੀ ਵਧੀਆ ਗੱਲ। ਵਾਹਿਗੁਰੂ ਜੀ ਢਾਇਆ ਜਾਵੇ ਵੀਰ ਜੀ, ਗੇਟ ਨਾ ਢਾਇਆ ਜਾਵੇ, ਉੱਤੋਂ ਰਿਪੇਅਰ ਕੀਤਾ ਜਾਵੇ। ਸੰਗਤ ਆਂਦੀ ਹੁੰਦੀ ਸੀ ਪਰਿਕਰਮਾ ਰੰਗ ਕਰਨ ਵਾਸਤੇ ਹਰ ਸਾਲ ਫ੍ਰੀ ਆਫ ਕਾਸਟ। ਮੇਰੀ ਗੱਲ ਸੁਣ ਲਓ, ਇੱਥੇ ਜਦੋਂ ਆਂਦੀ ਸੀ ਇਹਨਾਂ ਨੂੰ ਰੰਗ ਕਰਨ ਵਾਸਤੇ ਜਾਣ ਕੇ ਤੁਸੀਂ ਪਰਿਕਰਮਾ ਰੰਗਣੀਆਂ ਤੇ ਰੰਗ ਲਓ, ਗੇਟ ਨੂੰ ਨਹੀਂ ਕਰਨਾ। ਗੇਟ ਦੀ ਜਾਣ ਕੇ ਇਹ ਕੰਡੀਸ਼ਨ ਦਿਖਾਣੀ ਚਾਹੁੰਦੇ ਸੀ ਕਿ ਇਹ ਬਹੁਤ ਹੀ ਮਾੜੀ ਕੰਡੀਸ਼ਨ 'ਚ ਹੈਗਾ, ਜਦ ਕਿ ਇਹਨੂੰ ਕੁਝ ਨਹੀਂ। ਜੇ ਰੰਗ ਕੀਤਾ ਜਾਵੇ, ਰਿਪੇਅਰ ਕੀਤਾ ਜਾਵੇ ਨਾ, 200 ਸਾਲ ਹੋਰ ਹਾਲੇ ਇਹਨੂੰ ਕੁਝ ਨਹੀਂ ਹੋ ਸਕਦਾ। ਬੜੀ ਵੱਡੀ ਗੱਲ ਕਹਿਤੀ ਵਾਹਿਗੁਰੂ ਜੀ ਤੁਸੀਂ। ਹਾਂਜੀ। ਆਪਾਂ ਇਸ ਨੂੰ ਹੁਣ ਪੁਰਾਤਨ ਦਿੱਖ ਦੇ ਵਿੱਚ ਹੀ ਲੈ ਕੇ ਆਵਾਂਗੇ। ਜੋ ਤੁਸੀਂ, ਤੁਹਾਡੇ ਵੀ, ਮੈਨੂੰ ਨਹੀਂ ਪਤਾ ਕਿ ਮੇਰੇ ਵੀ ਕਿੰਨੇ ਸਵਾਸ ਬਚੇ ਤੇ ਤੁਹਾਡੇ ਵੀ ਕਿੰਨੇ ਸਵਾਸ ਬਚੇ ਆ, ਠੀਕ ਹੈ ਜੀ? ਕਿਉਂਕਿ ਇੱਥੇ ਪੱਲ ਦਾ ਨਹੀਂ ਪਤਾ, ਕਿਉਂਕਿ ਮੈਨੂੰ ਵੀ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਇਹ ਦਰਸ਼ਨ ਜੋੜੀ ਇਦਾਂ ਹੀ ਪਈ ਰਹੂਗੀ, ਇੱਥੇ ਕਈਆਂ ਦੀਆਂ ਜ਼ਿੰਦਗੀਆਂ ਲੰਘ ਜਾਣੀਆਂ ਵਾ, ਤੇ ਮੈਂ ਤੁਹਾਨੂੰ ਭਰੋਸਾ ਦਿੰਦਾ ਕਿ ਵਾਹਿਗੁਰੂ ਜੀ ਹੋਰ ਕਿਸੇ ਦੀ ਜ਼ਿੰਦਗੀ ਜਿਹੜੀ ਸਿੱਖੀ ਦੇ ਵਿੱਚ ਇਹ ਜਿਹੜੀ ਸੋਚਣੀ ਜਿਹੜੀ ਹੈ ਨਾ, ਮਾੜੀ ਸੋਚ ਕੀ ਇਸ ਤਰ੍ਹਾਂ ਹੀ ਰਹੂਗਾ ਜੀ ਜ਼ਿੰਦਗੀ ਭਰ। ਇਹ ਢੈਂਦੀ ਕਲਾ ਵਾਲੀ ਗੱਲਾਂ ਨੇ। ਜਦੋਂ ਮੇਰੀ ਇੱਕ ਜਿਨ੍ਹਾਂ ਨੇ ਸੁਲਤਾਨਪੁਰ ਲੋਧੀ ਸੇਵਾ ਕੀਤੀ ਹੈ ਨਾ, ਉਹਨਾਂ ਨੂੰ ਵੀ ਸੇਵਾ ਵਾਸਤੇ ਕਿਹਾ ਗਿਆ। ਫਿਰ ਹਾਂ, ਉਹ ਨਹੀਂ ਨਾ, ਉਹਨਾਂ ਨੇ ਆਏ ਫਿਰ ਇੱਕ ਟਾਈਮ ਨੂੰ ਇਹਨਾਂ ਨੂੰ ਭਾਈ ਸ਼੍ਰੋਮਣੀ ਕਮੇਟੀ ਜੇ ਚਾਹਵੇ ਕਿਹੜੀ ਚੀਜ਼ ਨਹੀਂ ਕਰ ਸਕਦੀ। ਜੇ ਮੇਰੀ ਇੱਕ ਗੱਲ ਸੁਣ ਲਓ, ਐਨੇ ਹਸਪਤਾਲ ਖੜੇ ਕਰ ਸਕਦੀ ਹੈ। ਜੇ 25 ਬੈੱਡ ਜੀ ਖੜੇ ਕਰਤੇ, 50 ਬੈੱਡ ਖੜੇ ਕਰਤੇ, 100 ਬੈੱਡ ਖੜੇ ਕਰਤੇ, ਤੇ ਕੀ ਗੱਲ ਇੱਕ ਗੁਰੂ ਘਰ ਦਾ ਗੇਟ ਨਹੀਂ ਬਣ ਸਕਦਾ? ਬਣ ਸਕਦਾ। ਰੋਜ਼ ਆਓ ਗੁਰੂ ਘਰ, ਅਰਦਾਸ ਕਰੋ, ਰੋਜ਼ ਇਹ ਆਉਂਦੇ ਤੁਹਾਡੇ ਕੋਲ, ਰੋਜ਼ ਅਖਬਾਰ ਦੇ ਵਿੱਚ ਆਪਣੀ ਫੋਟੋ ਲਗਾਓ, ਸੰਗਤ ਨੂੰ ਜਗਾਓ। ਸੰਗਤ ਨੂੰ ਜਦੋਂ ਕਹਿੰਦੇ ਆ ਕਿ ਉਦੋਂ ਕਹਿੰਦੇ ਜਦੋਂ ਲੋਕੀ ਗੂੰਗੇ ਹੋ ਜਾਂਦੇ, ਤਸਵੀਰਾਂ ਬੋਲਣ ਲੱਗ ਪੈਂਦੀਆਂ। ਇਹਨਾਂ ਨੂੰ ਕਿਉਂ ਟੀ-ਸ਼ਰਟਸ ਪਾਏ ਸੀਗੇ? ਕਿਉਂਕਿ ਲੋਕਾਂ ਨੂੰ ਬੋਲਣ ਲਈ ਮਜਬੂਰ ਕਰ ਦਿੱਤਾ ਸੀਗਾ। ਜਦੋਂ ਅਸੀਂ ਕਿਸੇ ਦੇ ਲੋਕਾਂ ਦੇ ਲਾਗੋਂ ਲੰਘਦੇ ਸੀਗੇ, ਸੰਗਤ ਦੇ ਅੰਦਰੋਂ ਲਾਗੋਂ ਲੰਘਦੇ ਸੀਗੇ, ਲੋਕ ਖੁਦ ਬੋਲਦੇ ਸੀਗੇ। ਪਹਿਲਾਂ ਸਾਨੂੰ ਸੰਗਤ ਦੇ ਕੋਲ ਜਾਣਾ ਪੈਂਦਾ ਸੀਗਾ। ਜਦੋਂ ਕੋਈ ਸੰਗਤ ਫੋਟੋ ਖਿੱਚਦੀ ਸੀਗੀ ਦਰਸ਼ਨ ਜੋੜੀ ਦੀ, ਜਾਂ ਸਾਹਮਣੇ ਗੇਟ ਦੀ ਖਿੱਚਦੀ ਸੀਗੀ, ਅਸੀਂ ਉਹਨਾਂ ਕੋਲ ਜਾਂਦੇ ਸੀਗੇ ਕਿ ਵਾਹਿਗੁਰੂ ਜੀ, ਤੁਸੀਂ ਸਾਹਮਣੇ ਗੇਟ ਦੀ ਤਾਂ ਸਾਹਮਣੇ ਦਰਬਾਰ ਦੀ ਫੋਟੋ ਖਿੱਚਦੇ ਪਏ ਸੀਗੇ, ਤੇ ਉੱਪਰ ਦੇਖੋ ਥੋੜਾ ਜਿਹਾ। ਜਾਂ ਉਹਨਾਂ ਨੂੰ ਪੁੱਛਦੇ ਹੁੰਦੇ ਸੀਗੇ। ਇੱਕ ਵਾਰੀ ਨਾ ਲੁਧਿਆਣੇ ਖੰਨੇ ਤੋਂ ਮੁੰਡੇ ਆਏ ਸੀਗੇ, 4-5 ਜਣੇ। ਮੈਂ ਉਹਨਾਂ ਨੇ ਇਤਿਹਾਸ ਪੜ੍ਹਿਆ ਗੁਰਦੁਆਰਾ ਸਾਹਿਬ ਦਾ। ਮੈਂ ਉਹਨਾਂ ਨੂੰ ਕਿਹਾ ਕਿ ਵਾਹਿਗੁਰੂ ਜੀ, ਤੁਸੀਂ ਇੱਥੇ ਸਾਰਾ ਕੁਝ ਨੋਟ ਕਰਦੇ ਪਏ ਜੇ, ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਇੱਥੇ ਆ ਕੇ ਜਦੋਂ ਤੁਸੀਂ ਐਂਟਰ ਹੋਏ ਸੀਗੇ? ਉਹ ਕਹਿੰਦੇ ਨਹੀਂ। ਮੈਂ ਕਿਹਾ ਕਿ ਵਾਹਿਗੁਰੂ ਜੀ ਦਰਸ਼ਨ ਜੋੜੀ ਵੱਲ ਦੇਖਿਓ। ਕਹਿੰਦਾ ਉਰੇ ਕੋਈ ਹਮਲਾ ਹੋਇਆ ਸੀਗਾ। ਵਾਹਿਗੁਰੂ ਜੀ, ਜਦੋਂ ਕਿਸੇ ਇਹ ਚੀਜ਼ ਆਪਾਂ ਨੂੰ ਵੈਸੇ ਕਹਿਣੀ ਨਹੀਂ ਚਾਹੀਦੀ, ਪਰ ਉਹਨਾਂ ਦੇ ਲਫ਼ਜ਼ੋਂ ਨਿਕਲੇ ਉਹਨਾਂ ਕੋਲੋਂ, ਇਹ ਕਿੱਦਾਂ ਦਾ ਦਿਲ ਤੇ ਫੀਲ ਹੋਇਆ ਹੋਊਗਾ? ਜਦੋਂ ਆ ਬੁਰਜੀਆਂ ਜੋ ਢਾਈਆਂ ਗਈਆਂ ਸੀ ਨਾ, ਇੱਥੇ ਘੱਟ ਤੋਂ ਘੱਟ 40-50 ਮੁੰਡੇ ਰੱਸੇ ਨਾਲ ਇੱਥੋਂ ਖਿੱਚ ਕੇ ਉੱਥੇ ਤੱਕ, ਉਹ ਦੁਕਾਨ ਤੱਕ, ਉੱਥੇ ਤੱਕ ਖਿੱਚ ਕੇ ਇਹਨੂੰ ਥੱਲੇ ਲਾਇਆ। ਇਹ ਕੋਈ ਸੌਖਾ ਨਹੀਂ ਲੱਥਾ। ਔਰ ਥੱਲੇ ਡਿੱਗ ਕੇ ਵੀ ਜੜੀ
ਜਿਹੜੇ ਛੋਟੇ ਗੁੰਬਦ ਹੈਗੇ ਸੀ ਨਾ, ਵੀਡੀਓ ਵਿਖਾ ਦੇਣਾ ਮੇਰੇ ਕੋਲ ਹਾਂਜੀ। ਵੀਡੀਓ ਪਈ 31 ਮਾਰਚ ਆ ਦੇਖੋ ਆ ਵੀਡੀਓ ਹੈਗੀ ਆ ਜਦੋਂ ਢਾਈ ਗਈ ਸੀਗੀ ਹਾਂਜੀ। ਹਾਂਜੀ। ਸੋਹਣਾ ਬਣਾਉਣ ਵਾਸਤੇ ਦਾ ਤੇ ਕੰਮ ਹੀ ਸ਼ੁਰੂ ਕੀਤਾ ਗਿਆ ਸੀਗਾ, ਜਿਹੜਾ ਕਿ ਵਿਚਾਲੇ ਰੋਕ ਦਿੱਤਾ ਗਿਆ। ਕੁਝ ਬੰਦੇ ਅੱਗੇ ਆ ਗਏ ਸੀਗੇ, ਲੋਕੀ ਲਾਈਵ ਹੋ ਗਏ ਸੀਗੇ ਕਿ ਤੁਹਾਡੀਆਂ ਜ਼ਮੀਰਾਂ ਕਿੱਥੇ ਗਈਆਂ, ਤੁਹਾਡੀਆਂ ਪੁਰਾਤਨ ਚੀਜ਼ਾਂ ਭਾਈ ਅੱਧੀ ਰਾਤ ਨੂੰ ਕਿਉਂ ਸ਼ੁਰੂ ਕੀਤਾ ਜਾਵੇ ਕੰਮ? ਕਿਉਂ ਨਾ ਦਿਨੇ ਸ਼ੁਰੂ ਕੀਤਾ ਜਾਵੇ? ਅੰਮ੍ਰਿਤ ਵੇਲੇ ਕਿਉਂ ਨਾ ਸ਼ੁਰੂ ਕੀਤਾ ਹੋਵੇ? 9:30 ਵਜੇ ਸੁਖਾਸਨ ਸਾਹਿਬ ਤੋਂ ਬਾਅਦ ਕਿਉਂ ਸ਼ੁਰੂ ਕੀਤਾ ਜਾਵੇ? ਕਿਹੜੀ ਸੇਵਾ ਜਿਹੜੀ ਸੁਖਾਸਨ ਸਾਹਿਬ ਤੋਂ ਬਾਅਦ ਸ਼ੁਰੂ ਹੁੰਦੀ ਹੈ? ਤੁਸੀਂ ਅੱਜ ਤੱਕ ਮੈਨੂੰ ਦੱਸ ਦਿਓ। ਕੀ ਕਾਰਨ ਸੀਗੇ ਜੋ ਹੈਂ? ਇਹਨਾਂ ਨੇ ਇਹ ਕੰਮ ਕਰ ਦਿੱਤਾ ਸੀ? ਇਹ ਕਿਉਂਕਿ ਜਿਹੜੇ ਬੰਦੇ ਜਦੋਂ ਇੰਨੀ ਗੱਲ ਕਹੀ ਗਈ ਸੀ ਨਾ, ਇੱਧਰ ਮੇਰੀ ਇੱਕ ਗੱਲ ਸੁਣ ਲਓ, ਲੈ ਕੇ ਆਏ ਸੀ ਦਸਤੇ ਲੈ ਕੇ ਆਏ ਸੀ, ਦਸਤੇ ਲੈ ਕੇ ਆਏ। ਜਿਹੜੇ ਬੰਦੇ ਸੇਵਾ ਕਰਨ ਵਾਸਤੇ ਆਏ ਹੋਣ ਨਾ, ਉਹਨਾਂ ਨੂੰ ਦਸਤਿਆਂ ਦੀ ਨਹੀਂ ਜ਼ਰੂਰਤ, ਉਹਨਾਂ ਨੂੰ ਸੰਗਤ ਦੇ ਸਾਹਮਣੇ ਸਿਰਫ ਹੱਥ ਜੋੜਨ ਦੀ ਜ਼ਰੂਰਤ ਹੈ। ਰੋਕਿਆ ਕਿਉਂ ਗਿਆ ਇਸ ਚੀਜ਼ ਨੂੰ? ਜਦੋਂ ਇਹ ਕੰਮ ਸ਼ੁਰੂ ਕਰਦੇ ਪਏ ਸੀ ਇਹਨੂੰ ਰੋਕਿਆ ਕਿਉਂ ਗਿਆ? ਸਣੇ ਜੁੱਤੀਆਂ। ਕਿਉਂ ਗਿਆ ਵਾਹਿਗੁਰੂ ਜੀ? ਕੁਐਸਚਨ ਆਪਰੇਸ਼ਨ ਮੇਰਾ ਇਹ ਆ, ਤੁਹਾਨੂੰ ਜਵਾਬ ਤੁਸੀਂ ਇਹ ਦਿਓ ਕਿ ਰੋਕਿਆ ਕਿਉਂ ਗਿਆ? ਜਦੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੀਗਾ ਇਹਨੂੰ ਰੋਕਿਆ ਕਿਉਂ ਗਿਆ? ਇਹ ਰੋਕਿਆ ਇਸ ਕਰਕੇ ਗਿਆ ਕਿ ਰਾਤ ਨੂੰ, ਅੱਧੀ ਰਾਤ ਨੂੰ, ਬਿਨਾਂ ਅਨਾਉਂਸਮੈਂਟ ਕੀਤੇ, ਬਿਨਾਂ ਕੋਈ ਸੰਗਤ ਨੂੰ ਇਕੱਠੇ ਕੀਤੇ, ਇੱਕ ਸੰਸਥਾ ਬਾਬਿਆਂ ਦੀ ਇੱਕ ਛੋਟੀ ਜਿਹੀ ਸੰਸਥਾ, ਮੇਰੀ ਇੱਕ ਗੱਲ ਸੁਣ ਲਓ, ਉਹ ਇਹਨੂੰ ਢਾਣਾ ਸ਼ੁਰੂ ਕਰ ਦੇਵੇ। ਕਾਹਦੇ ਵਾਸਤੇ? ਇੱਕ ਮਿੰਟ ਇਹ ਸੰਗਤ ਦਾ ਦਰ ਹੈ। ਇਹੋ ਹੀ ਕਹਿ ਸਕਦੇ ਨਾ ਫਿਰ ਵੀ ਸਿੱਖ ਸੰਗਤਾਂ ਨੂੰ ਬਾਬਿਆਂ ਨੇ ਭਰੋਸੇ 'ਚ ਲਿਆ ਹੀ ਨਹੀਂ। ਲਿਆ। ਕੋਈ ਪਲਾਨ ਜਿਹੜਾ ਵਾ ਮਤਲਬ ਉਹ ਉਹਨਾਂ ਨੇ ਤੁਹਾਡੇ ਨਾਲ ਸ਼ੁਰੂ ਕਰਦੇ ਆ ਪਹਿਲਾਂ। ਬਿਲਕੁਲ ਨਹੀਂ ਲਿਆ, ਕੋਈ ਸੰਗਤ ਨੂੰ ਵਿੱਚ ਨਹੀਂ ਲਿਆ। ਦੂਜੀ ਗੱਲ ਤੁਸੀਂ ਮਤਲਬ ਜਿਹੜੀ ਆ ਕਹਿੰਦੇ ਵੀ ਰਾਤ ਨੂੰ ਮਤਲਬ ਆ ਕੇ ਢਾਹ ਕੇ ਬਣਾਉਂਦੇ ਪਏ, ਚੋਰੀ ਕਰਦੇ ਪਏ ਆ, ਉਹਨਾਂ ਭਰੋਸੇ 'ਚ ਚੋਰੀ ਰਾਤ ਵਾਲਾ ਕੰਮ। ਕੋਈ ਵੀ ਸੇਵਾ 9:30 ਵਜੇ ਸੁਖਾਸਨ ਸਾਹਿਬ ਤੋਂ ਬਾਅਦ ਕਿਉਂ ਸ਼ੁਰੂ ਹੋਵੇ? ਕਦੇ ਸ਼ੁਰੂ ਹੁੰਦੀ ਹੈ ਸੁਖਾਸਨ? ਜੜੀ ਹੁੰਦੀ ਹੈ ਹਮੇਸ਼ਾ ਅੰਮ੍ਰਿਤ ਵੇਲੇ ਹੁੰਦੀ ਹੈ। ਅਰਦਾਸ ਕਰਕੇ, ਸੋਹਣੇ ਸੁਚੱਜੇ ਢੰਗ ਨਾਲ ਅਰਦਾਸ ਕਰਕੇ ਸੇਵਾ ਸ਼ੁਰੂ ਹੁੰਦੀ ਹੈ। ਇਲਾਕੇ ਦੀ ਸੰਗਤ ਨੂੰ ਇਕੱਠਿਆਂ ਕਰਕੇ ਹੁੰਦੀ ਹੈ। ਇਹ ਬਸ ਸਾਨੂੰ ਇਹ ਹੈ ਕਿ ਇਹਨੂੰ ਨਾ ਢਾਇਆ ਜਾਵੇ, ਸਿਰਫ ਉੱਤੋਂ ਰਿਪੇਅਰ ਕੀਤੀ ਜਾਵੇ ਵਧੀਆ ਸੋਹਣੇ ਤਰੀਕੇ ਨਾਲ। ਬਸ ਇਹ ਅਰਦਾਸ ਕਰਨੀ ਵਾਹਿਗੁਰੂ ਦੇ ਅੱਗੇ। ਚਲੋ ਅਰਦਾਸ ਕਰਦੇ ਆਪਾਂ ਸਾਰੇ ਜਾਣੇ ਕਿ ਇਸ ਚੀਜ਼ ਦਾ ਜਲਦੀ ਤੋਂ ਜਲਦੀ ਸ਼ੁਭ ਆਰੰਭ ਕੀਤਾ ਜਾਵੇ। ਕਿ ਆਰੰਭ ਹੀ ਕਰਨਾ, ਆਰੰਭ ਕਰਨਾ, ਜਲਦੀ ਤੋਂ ਜਲਦੀ ਸਾਨੂੰ ਅਗਲੀ ਤਰੀਕ ਲਈ ਮਜਬੂਰ ਨਾ ਕੀਤਾ ਜਾਵੇ। ਆਰੰਭ ਕਰਨਾ। ਤੇ ਬਾਬਾ ਜੀ ਮੇਰੀ ਇੱਕ ਗੱਲ ਸੁਣ ਲਓ, ਇਹਦੇ 'ਚ ਇੱਕ ਸੰਸਥਾ ਨੂੰ ਨਹੀਂ ਦੇਣਾ ਇਹ ਕੰਮ। ਕਿਹੜੀ ਨੂੰ? ਕੋਈ ਵੀ ਇੱਕ ਸੰਸਥਾ ਨੂੰ ਨਹੀਂ ਦੇਣਾ। ਜੇ ਮੇਰੀ ਇੱਕ ਗੱਲ ਸੁਣ ਲਓ, ਜੇ ਉਹਨਾਂ ਦੇ ਮਨ ਸਾਫ਼ ਹੁੰਦੇ, ਜੇ ਉਹਨਾਂ ਦੇ ਮਨ ਸਾਫ਼ ਹੁੰਦੇ ਤੇ ਅੱਧੀ ਰਾਤ ਨੂੰ ਨਹੀਂ ਸੀ ਸੇਵਾ ਹੋਣੀ। ਜੇ ਹੋ ਗਈ ਹੈ ਨਾ, ਹੁਣ ਕਮ ਸੇ ਕਮ 3-4 ਸੰਸਥਾਵਾਂ ਇਕੱਠੀਆਂ ਹੋ ਕੇ ਤੇ ਮੇਰੀ ਇੱਕ ਗੱਲ ਸੁਣ ਲਓ, ਮੋਹਿਤਵਾਰ ਅੱਠੇ ਅੱਗੇ ਹੋ ਕੇ ਤੇ ਮੇਰੀ ਗੱਲ ਤੋਂ ਸੇਵਾ ਕਰਾਉਣ। ਇਹ ਤੋਂ ਵਧੀਆ ਗੇਟ ਬਣ ਸਕਦਾ ਜੇ ਹਾਂਜੀ ਇਸੇ ਗੇਟ ਨੂੰ ਉੱਪਰੋਂ ਰਿਪੇਅਰ ਹੋਣੀ ਚਾਹੀਦੀ। ਦਿੰਦੇ ਜੇ ਕਿ ਦੁਬਾਰਾ ਕੋਈ ਇੱਥੇ ਉਹ ਬੰਦਾ ਨਹੀਂ ਆਏਗਾ ਕਿ ਇਹਨੂੰ ਕਹੇਗਾ ਕਿ ਇਹਨੂੰ ਰਾਤੀ ਕਿਉਂ ਢਾਹ ਦਿੱਤਾ, ਕਿਉਂਕਿ ਤੁਹਾਡਾ ਮਸਲਾ ਹੱਲ ਹੁੰਦਾ ਨਜ਼ਰ ਆ ਰਿਹਾ ਵਾ। ਇਸ ਗੇਟ ਨੂੰ ਦੁਬਾਰਾ ਬਣਾਇਆ ਜਾ ਰਿਹਾ ਵਾ। ਹੁਣ ਤੁਸੀਂ ਭਰੋਸਾ ਦਿੰਦੇ ਜੇ ਸਾਨੂੰ ਕਿ ਕੋਈ ਅੱਗੇ ਨਹੀਂ ਆਏਗਾ ਕਿ ਇਹ ਜਿਵੇਂ ਤੁਸੀਂ ਹੁਣ ਦੋ ਬੰਦੇ ਆਪਸ ਵਿੱਚ ਹੋ ਗਏ ਸੀ ਕਿ ਦੁਕਾਨਾਂ ਇਦਾਂ ਕੀਤੀਆਂ ਜਾਂ ਉਦਾਂ ਅਨਾਉਂਸਮੈਂਟ ਹੋਵੇ। ਅਨਾਉਂਸਮੈਂਟ ਗੱਲ ਤਾਂ ਸੁਣ ਲਓ, ਤੁਹਾਨੂੰ ਕੀ ਬੇਨਤੀ ਕਰਦੇ ਪਏ ਆ, ਇੱਕ ਅਨਾਉਂਸਮੈਂਟ ਹੋਵੇ ਕਿ ਅਸੀਂ ਅੱਜ 4 ਦਿਨਾਂ ਬਾਅਦ ਸੇਵਾ ਸ਼ੁਰੂ ਕਰ ਰਹੇ ਹਾਂ, ਸੰਗਤ ਇਕੱਠੀ ਹੋਵੇ ਤੇ ਆਪਾਂ ਇਹ ਸੇਵਾ ਸ਼ੁਰੂ ਕਰਨੀ ਹੈ। ਸੇਵਾ ਸ਼ੁਰੂ ਕਰਨ ਲਈ ਅਰਦਾਸ ਕਰਨੀ ਹੈ। ਹੁਣ ਤੁਸੀਂ ਇੱਕ ਤਰੀਕ ਅਨਾਉਂਸ ਕਰੋ, ਇਹਦੇ ਮਾਧਿਅਮ ਦੇ ਰਾਹੀਂ ਇੱਕ ਤਰੀਕ ਨਿਸ਼ਚਿਤ ਕਰੋ ਕਿ ਸੰਗਤ ਇੱਥੇ ਉਹ ਇਕੱਠੀ ਹੋਏ। ਇੱਕ ਮਿੰਟ ਮੇਰੀ ਪਹਿਲਾਂ ਵਾਹਿਗੁਰੂ ਜੀ, ਅਸੀਂ ਬਾਬਾ ਜੀ ਅਸੀਂ ਇੰਨੇ ਜੋਗੇ ਨਹੀਂ ਹੈਗੇ, ਅਸੀਂ ਸਿਰਫ ਸੰਗਤ ਦੇ ਵਿੱਚ ਹੈਗੇ। ਜਿਹੜੀ ਸੰਗਤ ਆ ਇੱਥੇ ਰੋਜ਼ ਆਉਂਦੀ ਆ, ਤੁਸੀਂ ਐਤਵਾਰ ਦਾ ਸਮਾਂ ਦੇ ਦਿਓ, ਤੁਸੀਂ ਅਗਲੇ ਐਤਵਾਰ ਦਾ ਸਮਾਂ ਦੇ ਦਿਓ, ਠੀਕ ਆ? ਉਹਨਾਂ ਨੂੰ ਇਹ ਆਖੋ ਕਿ ਇੱਥੇ ਦੁਬਾਰਾ ਉਹੀ ਗੇਟ ਬਣਾਉਣ ਦੀ ਪੁਰਾਤਨ ਦੇਖ ਦਿਖਾਉਣ ਲਈ, ਜੋ ਇਹਨਾਂ ਕੋ ਗਲਤੀ ਹੋਊਗੀ ਉਹਦੀ ਭੁੱਲ ਬਖਸ਼ਾਉਣ ਲਈ ਸਰਬ ਸਾਂਝੀ ਅਰਦਾਸ ਕੀਤੀ ਜਾਊਗੀ ਕਿ ਇਹ ਦਰਵਾਜ਼ਾ ਪਹਿਲਾਂ ਦੇ ਬਿਲਕੁਲ ਹਾਂਜੀ ਉਹ ਗੇਟ ਦੁਬਾਰਾ ਉਸੇ ਰੂਪ ਦੇ ਵਿੱਚ। ਵਾਹਿਗੁਰੂ ਜੀ ਮਸਲਾ ਹੱਲ ਕਰੋ ਨਾ ਆਪਾਂ। ਮਸਲਾ ਇਹੀ ਹੱਲ ਹੈ, ਆਪਾਂ ਪੁਰਾਣੀ ਦੇਖ ਦੇ ਵਿੱਚ ਉਸ ਚੀਜ਼ ਨੂੰ ਆਪਾਂ ਲੈ ਆਉਨੇ ਆ। ਆਪਾਂ ਆ ਗੇਟ ਨੂੰ ਨਹੀਂ ਢਾਣ ਦਿੱਤਾ ਜਾਣਾ ਚਾਹੀਦਾ ਬਸ। ਔਰ ਇੱਕ ਹੋਰ ਤੁਹਾਨੂੰ ਗੱਲ ਦਸੀਏ, ਜਦੋਂ ਇੱਕ ਮਿੰਟ ਬਾਬਾ ਜੀ, ਜਦੋਂ ਤੁਹਾਨੂੰ ਇੱਕ ਗੱਲ ਦਸੀਏ, ਜਦੋਂ ਉੱਤੇ ਚੜੇ ਸੀ ਨਾ, ਇੱਕ ਮਿੰਟ ਬਾਬਾ ਜੀ, ਜਦੋਂ ਉੱਤੇ ਚੜੇ ਸੀ ਨਾ,
ਇਹ ਸਣੇ ਜੁੱਤੀਆਂ ਜੜੇ ਸੀ ਸਣੇ ਮੇਰੀ ਗੱਲ ਸੁਣ ਲਓ ਓਏ ਇੱਕ ਮਿੰਟ ਇੱਥੇ ਝੂਠ ਮਾਰੀ ਆ ਗਲਤ ਗੱਲ ਤੁਹਾਡੀ ਬਾਬਾ ਜੀ ਇਹ ਜਦ ਗਲਤ ਝੂਠ ਤੁਹਾਡੇ ਕੋਲ ਆ ਮੈਂ ਵੀ ਇੱਥੋਂ ਦਾ ਇੱਥੋਂ ਤੂੰ ਮੈਂ ਵੀ ਇੱਥੋਂ ਦਾ ਹੀ ਆ ਮੈਂ ਵੀ ਆਹੋ ਇੱਥੋਂ ਦਾ ਇਹ ਝੂਠ ਮਾਰਿਆ ਤੁਸੀਂ ਗਲਤ ਮੈਂ ਇੱਥੇ ਰਹਿੰਦਾ ਮੈਂ ਤੂੰ ਮੈਨੂੰ ਦੱਸ ਕਿੱਥੇ ਰਹਿਣਾ ਮੈਨੂੰ ਮੰਜੀ ਸਾਹਿਬ ਹੋ ਗਿਆ ਗਾਲੀਪੁਰ ਮੇਰਾ ਪਿੰਡ ਹੀ ਮੈਨੂੰ 35 ਸਾਲ ਹੋ ਗਏ ਤੂੰ ਵੀ ਐਸਾ ਮੈਂ ਲੱਗਾ ਤੇਰਾ ਪਿੰਡ ਹੈ ਵੀਰ ਮੇਰਾ ਘਰ ਆ ਹੀ ਮੇਰਾ ਘਰ ਹੈ ਹੀ ਮੇਰਾ ਘਰ ਹੈ ਇੱਧਰ ਹੀ ਹੋਰ ਦੱਸ ਉਹ ਬਾਰ ਸਰਪੰਚ ਬਣਾ ਰਿਹਾ ਤੇ ਤੂੰ ਆਂਦਾ ਜੁੱਤੀਆਂ ਪਾ ਕੇ ਚੜੇ ਆ ਬਾਬੇ ਇਹੋ ਜਿਹੇ ਬੰਦੇ ਆ ਇੱਥੇ ਮੇਰੇ ਜਦੋਂ ਬਾਬਾ ਜੀ ਤੁਸੀਂ ਰਹਿਣ ਦਿਓ ਸਾਨੂੰ ਵੀ ਪਤਾ ਸਾਰੀ ਸੰਗਤ ਨੂੰ ਪਤਾ ਸ਼ਹਿਰ ਦੀ ਸਾਰੀ ਸੰਗਤ ਨੂੰ ਪਤਾ ਇਸ ਗੱਲ ਦਾ ਸ਼ਹਿਰ ਦੀ ਸਾਰੀ ਸੰਗਤ ਨੂੰ ਇਸ ਗੱਲ ਦਾ ਵਾਹਿਗੁਰੂ ਜੀ ਇਹਦੇ ਰਾਜਨੀਤੀ ਨਾ ਕਰੋ ਇਹਦੇ ਬਣਿਆ ਬਹਾਨਾ ਮਾਇਆ ਬਾਹਰੋਂ ਗੱਲ ਕੋਈ ਗੱਲ ਚੁੱਕੀ ਜਾਣੀ ਜੁੱਤੀਆਂ ਕੋਣ ਪਾ ਕੇ ਚੜਿਆ ਕੋਈ ਚੜਾ ਨਹੀਂ ਬਾਬਾ ਜੁੱਤੀ ਪਾ ਕੇ ਚੜਿਆ ਸੀ ਝੂਠ ਤੀ ਜਾਂ ਮਾਰੀ ਜਾ ਤੁਸੀਂ ਮਾਰੀ ਜਾਂਦੇ ਹੋ ਬਾਬਾ ਜੀ ਇਹ ਕੂੜ ਪ੍ਰਧਾਨ ਹੋਇਆ ਜੋ ਕੂੜ ਦਾ ਨਾ ਕੂੜ ਦਾ ਸੂਦ ਕੂੜ ਦਾ ਤੇ ਬਾਬਾ ਜੀ ਕਹਿੰਦਾ ਕੁਹਾਉਣੀ ਸੀ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਸੀ ਉਹਨਾਂ ਨੇ ਫਿਰ ਬੇਨਤੀ ਕੀਤੀ ਬਾਬਾ ਜੀ ਨੂੰ ਕਿ ਇਹ ਸੇਵਾ ਨੂੰ ਬੰਦ ਕਰਕੇ ਮੁੰਡਿਆਂ ਨੂੰ ਕਹੋ ਥੱਲੇ ਆਣ ਸੰਗਤਾਂ ਦੀ ਬਾਬਾ ਜੀ ਦੱਸੋ ਸਾਨੂੰ ਆਤੇ ਨਹੀਂ ਕੋਈ ਗੱਲ ਨਹੀਂ ਜੋ ਹੋਊਗਾ ਜੋ ਸੰਗਤਾਂ ਦਾ ਕੋਈ ਆਪਾਂ ਚਲੋ ਵਾਹਿਗੁਰੂ ਜੀ ਆਪਾਂ ਫਿਰ ਉਹੀ ਗੱਲ ਆਪਾਂ ਇਹਦੇ ਚ ਪਤਾ ਕੀ ਹੈ ਇਹ ਗੁਰੂ ਅਰਜਨ ਦੇਵ ਜੀ ਦਾ ਘਰ ਹੈ ਅਸੀਂ ਤਾਂ ਸਿਰਫ ਇਹ ਕਹਿੰਦੇ ਜੇ ਤੁਸੀਂ ਸੇਵਾ ਕਰਨੀ ਵੀ ਹੈ ਨਾ ਕਮ ਸੇ ਕਮ ਇੱਥੇ ਜਿਹੜਾ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਿਆ ਨਾ ਇੰਨੀ ਸਿੱਲ ਤੋੜ ਕੇ ਕਮ ਸੇ ਕਮ ਇਹਨੂੰ ਕੱਢ ਦਿਓ ਕਮ ਸੇ ਕਮ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਉੱਤੇ ਆਪਾਂ ਨੂੰ ਨੰਗੇ ਪੈਰ ਸੇਵਾ ਕਰਨ ਵਾਸਤੇ ਜਾਈਏ ਜਿਹੜੀ ਤਾਂ ਗੱਲ ਚੁੱਕੀ ਬਾਬਾ ਜੀ ਗੱਲ ਕੋਈ ਨਹੀਂ ਹੋਗੀ ਮੈਂ ਕੀ ਕਰਨਾ ਪਿਆ ਨਹੀਂ ਗਲਤ ਮਾਰੀ ਜੰਗੀ ਭਰੀ ਜੁੱਤੀਆਂ ਪਾ ਗਏ ਇਹ ਗਏ ਬਾਬਾ ਜੀ ਗਏ ਇਹਨਾਂ ਅੱਖਾਂ ਨਾਲ ਦੇਖਿਆ ਇਹਨਾਂ ਝੂਠੀਆਂ ਉਹ ਚੱਲ ਤੈਨੂੰ ਫਿਰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ ਚੱਲ ਸੰਗਤ ਦਾ ਰਾਹ ਪਾ ਲਈ ਕੋਈ ਆਵੇ ਜੋੜਾ ਲੈ ਕੇ ਗਲਤ ਗੱਲ ਆ ਕੋਈ ਗੱਲ ਦੀ ਸੰਗਤ ਕਹਦੀ ਥੇ ਜੀ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਇਹ ਗੱਲ ਤੁਹਾਡੀ ਕਿੱਥੋਂ ਨਹੀਂ ਜੋੜਾ ਪਾ ਕੇ ਨਹੀਂ ਸਕਦੀ ਜੀ ਆਏ ਗੱਲ ਐਕਸਪਲੇਨ ਕਰ ਸਕਦੇ ਤੁਸੀਂ ਦੋਵੇਂ ਲੜਨ ਵਾਲਾ ਕੰਮ ਨਹੀਂ ਕਰਨਾ ਉਹ ਆਪਦੀ ਗੱਲ ਦੱਸਦੇ ਪਏ ਨਜਾਇਜ਼ ਕਰੀਏ ਜੋੜ ਨਜਾਇਜ਼ ਜਿਹੜਾ ਕਹਿਣਾ ਨਾ ਗੱਲ ਮਾੜਾ ਉਹ ਫਰੀਦ ਸਾਹਿਬ ਕਹਿੰਦਾ ਮਨ ਹੋਰ ਸੇ ਮੁੱਖ ਝੂਠੇ ਕੱਚੇ ਆ ਕਹਿੰਦਾ ਜਿਹੜਾ ਨਕਲ ਕਰਦਾ ਨਾ ਤੇ ਉਹ ਕਹਿੰਦਾ ਵੀ ਗੱਲਾਂ ਕਰਦਾ ਜਿਹੜਾ ਉਹਦੀ ਰਸਨੀ ਹੋਰ ਕਹਿਣੀ ਕਸਣੀ ਪੂਰੀ ਹੋਣੀ ਚਾਹੀਦੀ ਆ ਇੱਥੇ ਆ ਬੈਠੇ ਉੱਥੇ ਉਹ ਇੱਥੇ ਅਸੀਂ ਸਾਡੀ ਡਿਊਟੀ ਹੈ ਮੰਜੀ ਸਾਹਿਬ ਡਿਊਟੀ ਇੱਥੇ ਕੋਈ ਨਹੀਂ ਬਾਬਾ ਜੀ ਉੱਥੇ ਕੋਈ ਜੁੱਤੀ ਨੰਗੀ ਭਰੀ ਆ ਗਿਆ ਪਾ ਗਿਆ ਜੋ ਗੱਲ ਖਤਮ ਕਰ ਦਈਏ ਤੁਸੀਂ ਕੀ ਚਾਹੁੰਦੇ ਜੀ ਇਸ ਗੇਟ ਬਾਰੇ ਅਸੀਂ ਆਂਦੇ ਆ ਵੀ ਇਹਨੂੰ ਮਰਮਤੀ ਹੋਵੇ ਜਾਂ ਸੇਵਾ ਲੱਗੇ ਬਾਬਿਆਂ ਨੇ ਕੋਈ ਨਹੀਂ ਜਾਂ ਕੋਈ ਸੇਵਾ ਬਾਬਿਆਂ ਨੇ ਬਾਕੀ ਬਾਬਾ ਜੀ ਅਸੀਂ ਪੀਸੀ ਕਰਨਾ ਸੰਗਤ ਨੇ ਕਰਨਾ ਨਹੀਂ ਕਰਨਾ ਨਹੀਂ ਇਹ ਜੁੱਤੀਆਂ ਨਜਾਇਜ਼ ਨਾਲ ਹੋਇਆ ਬਾਬਾ ਨਜਾਇਜ਼ ਨਾਲ ਹੋਣਾ ਮਾੜਾ ਹੁੰਦਾ ਤੁਸੀਂ ਹੱਥ ਜੋੜ ਦਿਓ ਅਸੀਂ ਜੋੜਦੇ ਆ ਗੁਰੂ ਅਰਜਨ ਦੇਵ ਜੀ ਨੇ ਵੇਖਿਆ ਕੀਤਾ ਗੁਰੂ ਨੇ ਕਰਦੇ ਝੂਠ ਮਾਰਦਾ ਨਾ ਨਾ ਤੇਰੇ ਕਿਹੜਾ ਮੇਰਾ 7 ਪਰਦੇ ਕਰ ਲੈ ਜਿੰਨੇ ਮਰਜੀ ਗੁਰੂ ਮਹਾਰਾਜ ਆ ਤੇਰੇ ਪਰਮੇਸ਼ਰ ਵਿੱਚ ਬੋਲਦਾ ਪਰ ਤੂੰ ਝੂਠ ਬੋਲਦਾ ਮੈਂ ਉਸ ਦਿਨ ਇੱਥੇ ਹੀ ਤੁਸੀਂ ਤਾਂ ਉੱਥੋਂ ਆਏ ਨਹੀਂ ਤੁਸੀਂ ਤਾਂ ਆਪਣੇ ਮੂੰਹੋਂ ਮੰਨਦੇ ਪਏ ਹੋ ਕਿ ਅਸੀਂ ਆਏ ਨਹੀਂ ਅਸੀਂ ਇੱਧਰ ਨਹੀਂ ਸੀ ਹੈਗੇ ਅਸੀਂ ਇਹਨਾਂ ਅੱਖਾਂ ਨਾਲ ਦੇਖਿਆ ਮੈਂ ਕਿਹਾ ਇਹਨਾਂ ਅੱਖਾਂ ਨਾਲ ਦੇਖਿਆ ਇਹਨਾਂ ਅੱਖਾਂ ਨਾਲ ਦੇਖਿਆ ਕਿ ਇੱਕ ਬੰਦਾ ਸਰਪੰਚ ਕਹਿੰਦਾ ਮੁੰਡੇ ਰਾਗੀ ਮਰ ਕਿਤੇ ਕਰਦੇ ਹੋਵੇ ਜੇ ਕਹਿੰਦੇ ਆ ਗੱਲ ਆ ਜੋੜੇ ਪਰ ਤੁਸੀਂ ਜੋੜਾ ਨਜਾਇਜ਼ ਇਹਨਾਂ ਬਾਬਾ ਗੱਲ ਚੁੱਕੀ ਆ ਸੇਵਾ ਜਿਹੜੀ ਬਾਬਾ ਗੱਲ ਚੁੱਕ ਕੇ ਇਹਨਾਂ ਨੂੰ ਝੂਠ ਸੱਚ ਮਾਰ ਕਰੋੜਾਂ ਰੁਪਇਆ ਪਾਇਆ ਇਹਨਾਂ ਨੇ ਕਿਹੜੀ ਸੇਵਾ ਜਿਹੜੀ ਸੁਖਾਸਨ ਸਾਹਿਬ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਿਹੜੀ ਸੇਵਾ ਜਿਹੜੀ ਸੁਖਾਸਨ ਸਾਹਿਬ ਉਹਨਾਂ ਦੀ ਗੱਲ ਮੇਰੀ ਗੱਲ ਦਾ ਜਵਾਬ ਦੇ ਦਿਓ ਕਿਹੜੀ ਇੱਕ ਗੱਲ ਦਾ ਜਵਾਬ ਸੁਖਾਸਨ ਸਾਹਿਬ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਿਤੇ ਸੇਵਾ ਸੁਖਾਸਨ ਸਾਹਿਬ ਤੋਂ ਬਾਅਦ ਸ਼ੁਰੂ ਹੋਈ ਹੈ ਸਾਡੇ ਦਾ ਖਤਰਾ ਉਹਨਾਂ ਨੂੰ ਹੁੰਦਾ ਸੀ ਕਈ ਗੱਲਾਂ ਹੁੰਦੀਆਂ ਆ ਉਹ ਸੇਵਾ ਦਿੱਤੀ ਸੇਵਾ ਚ ਕਾਹਦਾ ਜਾ ਕੇ ਉਤੋਂ ਸੱਟ ਲਾ ਕੇ ਜਦੋਂ ਬਾਬਾ ਨੂੰ ਸੇਵਾਤੀ ਆ ਕਿੰਨਾ ਚਿਰ ਹੋ ਗਿਆ ਸੇਵਾਤੀ ਨੂੰ ਪਤਾ ਨੂੰ ਸੁਖਾਸਨ ਸਾਹਿਬ ਤੋਂ ਬਾਬਾ ਜੀ ਸੇਵਾ ਸ਼ੁਰੂ ਕੀਤੀ ਗਈ ਅਚਾਨਕ ਸੰਗਤ ਨੂੰ ਤਾਂ ਪਤਾ ਵੀ ਨਹੀਂ ਸੱਚ ਬੋਲਣ ਦੀ ਗੱਲ ਕੋਈ ਨਹੀਂ ਸਾਨੂੰ ਬੋਲਣਾ ਜੀ ਨਹੀਂ ਕਰਦਾ ਰਾ ਗੱਲ ਹਰ ਕੋਈ ਆਪਣੀ ਰੱਖ ਸਕਦਾ ਵਾ ਪਰ ਆਪਾਂ ਕਿਸੇ ਨੂੰ ਬਾਬਾ ਜੀ ਪਰ ਸੇ ਗੱਲ ਨਹੀਂ ਕੀ ਨਹੀਂ ਪਰ ਇਹ ਬਾਬਾ ਜੀ ਮੇਰੇ ਗੱਲ ਸੁਣੋ ਗੱਲ ਉਹਨਾਂ ਦਾ ਕਿੱਥੇ ਅੰਕਲ ਜੀ ਤੁਹਾਡਾ ਘਰ ਕਿੱਥੇ ਆਪਣਾ ਇੱਥੇ ਲੋਕਲ ਹੀ ਹੈ ਸਾਹਮਣੇ ਸਾਡਾ ਘਰ ਹੈ ਬਾਬਾ ਜੀ ਮੇਰੇ ਗੱਲ ਸੁਣੋ ਜਾਂ ਤੇ ਬਾਬੇ ਨਵੇਂ ਹੋਣਾ ਗੱਲ ਆ ਇੱਥੇ ਜੀ ਪਹਿਲੋਂ ਸੈਰਗੀ ਮੰਗਦੇ ਸੇਵਾ ਟੌਰਾ ਨੂੰ ਸੇਵਾ ਦਿੱਤੀ ਰੱਬ ਜਾਣੇ ਚ ਪ੍ਰਧਾਨ ਨੇ ਮੁੜ ਕੇ ਪੰਨੂ ਸਾਹਿਬ ਨਾਲ ਕਿਸੇ ਕੀਤੀ ਗੱਲ ਪੰਨੂ ਸਾਹਿਬ ਉੱਤੋਂ ਪਾਣੀ ਚੋਕ ਨਾ ਥੱਲੇ ਤੱਕ ਪਾ ਗਈ ਸਾ ਚਾਉਂਦਾ ਕਿ ਸਿੰਘ ਰਸਨਗਾ ਦੀ ਪੰਨੂ ਸਾਹਿਬ ਜਨਰਲ ਸਕੱਤਰ ਸੀ ਉਹਨੇ ਕੀਤੀ ਆਪਦੇ 5 ਮੈਂਬਰਾਂ ਸੋਣ ਦੀ ਗੱਲ ਬ੍ਰਹਮਪੁਰੇ ਦੇ ਨਾਲ ਪੱਖੋ ਕਸਾਰ ਨੂੰ ਉਹਨੇ ਆਖਿਆ ਹਾਂ ਠੀਕ ਆ ਜੀ ਫਿਰ ਸਾਰੀ ਐਸਜੀਸੀ ਮੰਨੀ ਫਿਰ ਸੇਵਾ ਤੀ ਉੱਤੋਂ ਮਲਬਾ ਲਾ ਕੇ ਨਵਾਂ ਲਾਇਆ ਸਾਰਾ 5 ਸਾਲ ਸੇਵਾ ਲੱਗੀ ਨੂੰ ਹੋ ਗਏ ਆ ਸੇਵਾ ਸਲੋਵਰ ਦੀ ਲੱਗੀ ਜਾਂਦੀ ਉਹਦੀ ਇਹ ਹੁਣ ਕਹਿੰਦੇ ਜੁੱਤੀਆਂ ਪਾ ਕੇ ਬਾਬੇ ਜੁੱਤੀਆਂ ਪਾ ਕੇ ਤਨਾ ਗਏ ਹਾਂ ਗੱਲ ਆ ਤੇ ਤੁਸੀਂ ਜੇ ਨਜਾਇਜ਼ ਗੱਲ ਕਰਨੀ ਮਾੜੀ ਹੁੰਦੀ ਆ ਤੁਸੀਂ ਗੱਲ ਜਿਹੜੇ ਕਹਿਣ ਸੱਚ ਬੋਲੋ ਤੁਸੀਂ ਸੱਚ ਜਿਹੜਾ ਬੋਲਣਾ ਇੱਥੇ ਕਿ ਤੁਹਾਡਾ ਹਰ ਸਾਲ ਜਿਨ੍ਹਾਂ ਨੇ ਆਪਣੀ ਗੱਲ ਰੱਖਣ ਦਾ ਅਸੀਂ ਤਾਂ ਵੇਖਿਆ ਨਹੀਂ ਕੋਈ ਆਏ ਤੁਸੀਂ ਜੋ ਮਰਜ਼ੀ ਕਹੀ ਜਾਓ ਹਾਂਜੀ ਇੱਥੇ ਮੈਨੂੰ ਬੱਚੇ ਵਾਸਾ ਜਾਣਦੇ ਆ ਕੋਈ ਤਾਂ ਕਹਿ ਦੇਣਾ ਇੱਥੇ ਕੋਈ ਜੋੜੇ ਘਰ ਦਾ ਕੋਈ ਕਹੇ ਸੇਵਾਦਾਰ ਠੀਕ ਆ ਇਹਨਾਂ ਨੇ ਇਹ ਗੱਲ ਕਹਿਤੀ ਤੁਸੀਂ ਕਹੋ ਕਿ ਰੱਬ ਭਲਾ ਕਰੇ
ਇਹ ਗੱਲ ਕਹਿ ਕੇ ਤੁਸੀਂ ਗੱਲ ਖਤਮ ਕਰੋ। ਉਹ ਵਾਹਿਗੁਰੂ ਜੀ ਗੁਰੂ ਘਰ ਦਾ ਮਾਰਾ ਕਰਨਾ, ਬੰਦ ਨਹੀਂ ਕਰਨਾ। ਗੁਰੂ ਘਰ ਦਾ ਕੰਮ ਕਈ ਯਾਰ ਆ ਜਾ, ਕਈ ਚਲੇ ਗਏ। ਸੰਗਤ ਨੇ ਉਹ ਤਾਂ ਹੈ ਹੀ ਹੈ। ਮੈਂ ਅਹੁਦੇਦਾਰ ਨਹੀਂ, ਮੈਂ ਤਾਂ ਨਮਾਣਾ ਆਰਜੀ ਭੁੱਗਿਆ ਸਿੰਘ ਆ। ਮੈਂ ਸਿਰਫ ਸੱਚ ਨੂੰ ਬੋਲਿਆ। ਸੱਚ ਜਿਹੜਾ ਨਾ, ਸੱਚ ਤੇਰੇ ਹਿਰਦੇ ਬੋਲਣਾ, ਜਿਹਦਾ ਸੱਚ ਜਿਹੜਾ ਮਰਨ ਲੱਗੇ ਭਾਈ ਤਾਰੂ ਸਿੰਘ ਜਿਹੜਾ ਹੈ ਨਾ, ਸੱਚ ਨੂੰ ਬੋਲਣਾ। ਗੱਲ ਦੀ ਗੱਲ ਆ। ਇਹਨੂੰ ਤੁਸੀਂ ਸੇਵਾ, ਬਾਬੇ ਜੀ ਬਹੁਤ ਸੇਵਾ ਕਰਾਉਂਦੇ, ਚੰਗੀ ਕਰਦੇ ਰਹੇ ਆ। ਇੱਥੇ ਭਾਈ ਜਿਹੜਾ ਬਾਹਰ ਬਣਾ ਜੋੜਾ ਘਰ, ਲੰਘਣਾ ਬੜਾ ਮੁਸ਼ਕਲ ਹੁੰਦਾ। ਗੱਲ ਸੁਣ ਇੱਕ ਮਿੰਟ ਖੜੋ। ਉਹ ਗੱਲ ਸੁਣ ਬਾਬਾ, ਆਪਾਂ ਗੱਲ ਕਰਦੇ ਜਿਹੜੀ ਸੰਗਤ ਦੀ ਗੱਲ ਕਰਦਾ, ਮੱਸਿਆ ਦੀ ਸੰਗਤ ਆਉਂਦੀ, ਧੱਕੇ ਵੱਜਦੇ ਆ ਜੀ। ਇਹਦੇ ਬਾਥਰੂਮ ਲੰਘਣਾ ਬੜਾ ਮੁਸ਼ਕਲ ਹੁੰਦਾ। ਜੋੜਾ ਘਰ ਹੋਣਾ ਵਧੀਆ ਬਣਾਉਣਾ, ਥੱਲੇ ਲੰਘਣ ਬੜਾ ਮੁਸ਼ਕਲ ਹੁੰਦਾ। ਮੱਸਿਆ ਦੇ ਹੁਣ ਧੱਕੇ ਲੋਕਾਂ ਨੂੰ ਵੱਜਦੇ, ਲੋਕ ਧੱਕੇ ਮਾਰਦੇ ਆ। ਨਾ ਕੋਈ ਪਿਸ਼ਾਬ ਕਰਨ ਲੰਘ ਜਾਂਦਾ। ਸੰਗਤ ਬੜੀ ਇੱਥੇ ਆਉਂਦੀ, ਤੈਨੂੰ ਪਤਾ ਸੰਗਤ ਕਿੰਨੀ ਆਉਂਦੀ ਆ, ਹਜ਼ਾਰਾਂ ਲੱਖਾਂ ਸੰਗਤ ਆਉਂਦੀ ਆ। ਸੰਗਤ ਪਿਸ਼ਾਬ ਕਰ ਜਾਂਦੀ, ਲੰਘਾ ਨਹੀਂ ਜਾਂਦਾ। ਇਹ ਮੀਨਾਕਾਰ ਸੰਗਤ ਵੇਖ ਕੇ ਫੇਰ ਹੀ ਵੇਖ ਕੇ ਤੁਸੀਂ ਆਇਓ, ਅੱਗੋਂ ਪੁੱਛੋ, ਵੇਖੋ ਆ ਕੀ ਗੱਲ ਆ। ਸ਼ਹਿਰ ਦੀ ਗੱਲ ਨਾ ਮੰਨੋ, ਸਾਰੀ ਪਬਲਿਕ ਦੀ ਗੱਲ ਮੰਨੋ ਤੇ ਸਾਰੀ ਸੰਗਤ ਨਹੀਂ ਠੀਕ ਤੁਹਾਡੀ ਗੱਲ। ਦਰਸ਼ਨੀ ਦਿਓੜੀ ਦੇ ਮੁੱਦੇ ਤੇ ਆ ਜੀ। ਤੁਸੀਂ ਬਾਬਾ ਜਗਤਾਰ ਸਿੰਘ ਜੀ ਦੀ ਸੇਵਾ ਬਾਰੇ ਕਹਿੰਦੇ, ਵਾਹਿਗੁਰੂ ਜੀ ਮੈਂ ਵੀ ਉਹਨਾਂ ਦਾ ਬੜਾ ਆਦਰ ਸਨਮਾਨ ਕਰਦਾ। ਜਦੋਂ ਕਿਸੇ ਪੇਸ਼ੈਂਟ ਨੂੰ ਇੱਥੇ ਤਰਨ ਕੁਝ ਹੁੰਦਾ ਨਾ, ਸਭ ਤੋਂ ਪਹਿਲਾਂ ਬਾਬਿਆਂ ਦਾ ਹਸਪਤਾਲ ਚੇਤਾ ਹੁੰਦਾ ਹੈ ਨਾ ਜੀ। ਕੋਈ ਸਿਵਲ ਹਸਪਤਾਲ ਨਹੀਂ ਜਾਂਦਾ। ਮੇਰੀ ਉਹ ਵਾਹਿਗੁਰੂ ਜੀ ਇੱਕ ਮਿੰਟ ਵਾਹਿਗੁਰੂ ਜੀ ਗੱਲ ਤਾਂ ਸੁਣ ਲਿਆ ਕਰੋ। ਇੱਕ ਸਭ ਤੋਂ ਪਹਿਲਾਂ ਆਪਾਂ ਗੁਰੂ ਨਾਨਕ ਹਸਪੀਟਲ ਹੀ ਖੜਦੇ ਹਾਂ। ਜੇ ਤੁਹਾਡਾ ਮਰੀਜ਼ ਨੂੰ ਵਾਹਿਗੁਰੂ ਜੀ ਬਚਣ ਦੇ ਚਾਂਸਸ ਹੁੰਦੇ ਨੇ, ਵਾਹਿਗੁਰੂ ਜੀ ਇੱਥੇ ਹੁੰਦੇ ਆ। ਆਪਾਂ ਨੂੰ ਜੇ ਬਾਬਾ ਜੀ ਦੀ ਬੜੀ ਦੇਣ ਆ, ਮੈਂ ਮੰਨਦਾ ਇਸ ਚੀਜ਼ ਨੂੰ, ਠੀਕ ਆ ਜੀ। ਜੀ ਹੁਣ ਦੁਬਾਰਾ ਉਹ ਸੇਵਾ ਦੇ ਲਈ ਮੰਨ ਜਾਂਦੇ ਆ, ਕਿਉਂਕਿ ਵਾਹਿਗੁਰੂ ਜੀ, ਹਾਂ ਮੈਂ ਮੰਨ ਹਸਪਤਾਲ ਦੀ ਗੱਲ ਜੇ ਇੱਕ ਮਿੰਟ ਬਾਬਾ ਜੀ ਹੁਣ ਹਾਂਜੀ ਕੀ ਕਹਿਣਾ ਚਾਹੁੰਦੇ ਜੀ? ਹਾਂਜੀ 80 ਸਾਲ ਦੀ ਉਮਰ 90 ਦੀ ਉਹਦੀ 4% ਹੋਇਆ ਦੁਆ ਬਾਬੇ ਹਸਪਤਾਲ ਕਰਦੇ ਕਿ ਵਧੀਆ ਨਾ ਭਾਈ ਜਾਣਾ। ਜਿਹਨੇ ਮਰਨਾ ਮੌਤ ਤੁਹਾਡੇ ਸਿਰ। ਚਲੋ ਹਸਪਤਾਲ ਦੀ ਗੱਲ ਕਰਦੇ ਆ। ਹਸਪਤਾਲ ਜੇ ਆਪਾਂ ਸੰਗਤ ਤੋਂ ਪੁੱਛਦੇ ਆ, ਉੱਥੇ ਜਿਹੜਾ ਜਾਂਦਾ ਖਰਚਾ ਹੀ ਬਹੁਤ ਜ਼ਿਆਦਾ ਵਾ। ਵਾਹਿਗੁਰੂ ਜੀ ਖਰਚਾ ਬਹੁਤ ਜ਼ਿਆਦਾ। ਤੁਹਾਡਾ ਮਰੀਜ਼ ਕਹਿੰਦੇ ਆ ਕਿ ਸਾਡਾ ਮਰੀਜ਼ ਨਹੀਂ ਬਾਬਾ ਜੀ, ਹੁਣ ਤੇ ਉੱਥੇ ਇਹੋ ਜਿਹਾ ਆਮ ਬੰਦਾ ਜਦੋਂ ਜਾਂਦਾ ਨਾ, ਉਹਨੂੰ ਇੰਨਾ ਪ੍ਰੈਸ਼ਰ ਕਰ ਦਿੰਦੇ ਆ ਨਾ ਕਿ ਬੰਦਾ ਉੱਥੋਂ ਨਿਕਲ ਨਹੀਂ ਸਕਦਾ। ਐਡਮਿਟ ਹੋ ਗਿਆ ਕਿਤੇ ਲੈ ਜਾਓ। ਹੋਰ ਹੀ ਜਾਂਦੇ, ਹੁਣ ਬਹੁਤ ਘੱਟ ਜਾਂਦੇ। ਜਦੋਂ ਬੰਨਾ ਹੀ ਸੇਵਾ ਦੇ ਨਾਂ ਤੇ ਸਾਰਾ ਸ਼ਹਿਰ ਇੱਕ ਮੈਂ ਇਹਨਾਂ ਦੀ ਗੱਲ ਦਾ ਜਵਾਬ ਦੇਣਾਗਾ ਵੀ ਸਾਰਾ ਸ਼ਹਿਰ ਕਹਿੰਦਾ ਵੀ ਟੋਕਰੀਆਂ ਢੋਈਆਂ ਜੀ, ਇਸ ਤਰ੍ਹਾਂ ਕੀਤਾ, ਆਹ ਸੇਵਾ ਤੇ ਦਿੱਤਾ, ਉਹ ਦਿੱਤਾ। ਹੁਣ ਉਹਨੂੰ ਇੱਕ ਬਿਜ਼ਨਸ ਦਾ ਧੰਦਾ ਬਣਾ ਦਿੱਤਾ। ਮਤਲਬ ਵਾਕਈ ਕਿਤੇ ਨਾ ਕਿਤੇ ਅੱਜ ਕੱਲ ਦੇ ਬਾਬੇ ਜਿਹੜੇ ਉਹ ਬਿਜ਼ਨਸਮੈਨ ਬਣ ਗਏ ਆ। ਗੱਲ ਇਦਾਂ ਵਾਹਿਗੁਰੂ ਜੀ ਕਿ ਸੰਗਤ 'ਚ ਦੁੱਖ ਆ ਥੋੜਾ ਹੁੰਦਾ ਕਿ ਚਲੋ ਇੱਕ ਆਸ ਹੁੰਦੀ ਗੁਰੂ ਘਰ ਦੀ ਜਾਂ ਬਾਬਿਆਂ ਦੀ, ਕੋਈ ਨਾ ਕੁਝ ਉਹਨਾਂ ਬਾਂਹ ਫੜਨੀ ਹੁੰਦੀ ਆ। ਚਲੋ ਸੰਗਤ ਨੂੰ ਇਹ ਗੱਲ ਆ ਕਿ ਵੱਧ ਤੋਂ ਵੱਧ ਜੋ ਲੋਕ ਜਾਂਦੇ, ਸਾਰੇ ਕਹਿੰਦੇ ਹੁਣ ਤਰਨ ਸਾਰਾ ਸ਼ਹਿਰ ਕਹਿੰਦਾ ਕਿ ਬਹੁਤ ਜ਼ਿਆਦਾ ਮਹਿੰਗਾ, ਬਹੁਤ ਜ਼ਿਆਦਾ ਮਹਿੰਗਾ। ਰੱਖ ਲਓ ਮਰੀਜ਼ ਨੂੰ, ਫਿਰ ਤੁਸੀਂ ਆਪਣੇ ਮਰੀਜ਼ ਨਹੀਂ ਅਸੀਂ ਚਲੋ ਕੀ ਰੱਖਣਾ ਵਾ। ਗੱਲ ਤੇ ਇਹ ਆ, ਜਿਹੜਾ ਹਸਪਤਾਲ ਸਸਤਾ ਤੁਹਾਡਾ ਇਲਾਜ ਕਰ ਆਪਾਂ ਵੀਰ ਜੀ ਨਿੰਦਿਆ ਨਹੀਂ ਕਰਦੇ ਕਿਸੇ ਵੀ ਨਹੀਂ ਵਾਹਿਗੁਰੂ ਜੀ ਕਰਨ ਆ ਕਿ ਚਲੋ ਮਹਾਂਪੁਰਖ ਬਹੁਤ ਸੰਪਰਦਾ ਤਗੜੀ ਗੱਲ ਆਮ ਲੋਕਾਂ ਦੀ ਕਰ ਦੇਂਗੇ। ਹਸਪਤਾਲ ਤਰਨਤਾਰਨ ਦੇ ਲੋਕਾਂ ਨੂੰ ਪੁੱਛੋ ਕਿ ਉੱਥੇ ਜਾ ਕੇ ਕੀ ਹਿਸਾਬ ਕਿਤਾਬ ਹੁੰਦਾ। ਅੱਗੇ ਤੁਸੀਂ ਸਿਆਣੇ ਜੇ ਪੇਸ਼ੈਂਟ ਕਹਿੰਦੇ ਆ ਨਾ ਕਿ ਤੋਂ ਸਮਾਂ ਬੜਾ ਘੱਟ ਹੈ ਤੇ ਸਭ ਤੋਂ ਐਮਰਜੈਂਸੀ 'ਚ ਜੇ ਨਹੀਂ ਕੁਝ ਦੀਦਾ ਬੰਦਾ ਜਾਂਦਾ ਉੱਥੇ ਕਿ ਅਸੀਂ ਉੱਥੇ ਜਾਂਦੇ ਆ। ਪਰ ਜਿਹੜਾ ਇੱਕ ਵਾਰੀ ਚੱਲ ਜਾਂਦਾ ਉਹਦੇ 10 ਜਣਿਆਂ ਨੂੰ ਕਹਿੰਦਾ ਕਿ ਉੱਥੇ ਨਾ ਚੱਲ ਜਿਓ। ਤੇ ਫਿਰ ਉਹੀ ਗੱਲ ਆਪਣਾ ਔਖਾ ਸਮਾਂ ਕੱਢ ਕੇ ਤੁਸੀਂ ਅੱਗੇ ਚੱਲ ਜਾਓ ਜੇ ਤੁਹਾਨੂੰ ਲੱਗਦਾ ਕਿ ਉਹ ਜਾਂਦੇ ਆ ਲੋਕ, ਜਾਂਦੇ ਜਿਹੜੇ ਜਾਂਦੇ ਆ। ਗੱਲ ਤੇ ਚਲੋ ਆਮ ਕਰਦੇ ਆ ਕਿ ਹਸਪੀਟਲ ਵੱਲੋਂ ਤੇ ਬਹੁਤ ਜ਼ਿਆਦਾ ਕੰਮ। ਅਰਦਾਸ ਆ ਕਿ ਆਪਣਾ ਦਰਸ਼ਨ ਜੋੜੇ ਦੀ ਜੋ ਆਪਾਂ ਸਰਬ ਸਾਂਝੀ ਅਰਦਾਸ ਲਈ ਇਕੱਠੇ ਹੋ ਰਹੇ ਆ, ਇੱਕ ਅਰਦਾਸ ਛੋਟੀ ਜੀ ਕਰਦੀ ਹੈ ਕਿ ਵਾਹਿਗੁਰੂ ਜੀ ਇਸ ਦਰਸ਼ਨ ਜੋੜੇ ਨੂੰ ਪੁਰਾਤਨ ਰੂਪ 'ਚ ਜਲਦੀ ਤੋਂ ਜਲਦੀ ਲੈ ਆਓ। ਇਹ ਜਿਹੜੀਆਂ ਚੀਜ਼ਾਂ ਇਹ ਚੱਲਦੀਆਂ ਰਹਿਣੀਆਂ। ਗੱਲ ਇਹ ਹਾਂਜੀ ਚਾਹੁੰਦੀ ਆ, ਸਾਰਾ ਕੁਝ ਚਾਹੁੰਦਾ। ਗੱਲ ਤੇ ਸਿਆਸਤਾਂ ਦੀ ਆਉਂਦੀ ਆ। ਸਿਆਸਤਾਂ ਜਿਹੜੇ ਤਰੀਕੇ ਨਾਲ ਚੱਲਦੀਆਂ ਵਾ, ਉਹ ਕਹਿੰਦੇ ਜਿਵੇਂ ਦੋ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿਸੇ ਦਾ ਨਾਮ ਲੈ ਚੁਣਾ, ਜਦੋਂ ਇੱਕ ਦੂਜੇ ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਆ, ਸਿਆਸਤ ਉਹ ਚਾਹੁੰਦੇ ਆ। ਜਿਹੜਾ ਬੰਦਾ ਇੱਕ ਪੋਲਾਈਟ ਵੇ ਦੇ ਨਾਲ ਅੱਗੇ ਜਾ ਰਿਹਾ ਨਾ, ਉਹਨੂੰ ਆਪਣੇ ਮਕਸਦ ਦੇ ਨਾਲ ਮਤਲਬ ਹੁੰਦਾ ਵਾ। ਮਕਸਦ ਇਹੀ ਆ ਕਿ ਇਹ ਦਰਸ਼ਨ ਜੋੜੀ ਪੁਰਾਤਨ ਰੂਪ ਦੇ ਵਿੱਚ ਸਾਹਮਣੇ ਆ ਜਾਵੇ। ਆਪਾਂ ਨੂੰ ਜੇ ਉਹਨਾਂ ਦੇ ਅੱਗੇ ਝੁਕਣਾ ਵੀ ਪੈਂਦਾ ਅਸੀਂ ਝੁਕਾਂਗੇ। ਜੇ ਉਹਨਾਂ ਦੇ ਅੱਗੇ ਸਾਰੀ ਕਹਿੰਦੀ ਬਣਨੀ ਚਾਹੀਦੀ ਆ। ਹੁਣ ਦੇਖੋ ਕਿੱਡਾ ਨਰਾਦਰ ਹੀ ਹੁੰਦਾ ਇੱਕ ਹਿਸਾਬ ਦਾ ਗੁਰੂ ਮਹਾਰਾਜ ਦਾ। ਤੇ ਵਾਹਿਗੁਰੂ ਜੀ ਇਹਦੇ ਵਾਸਤੇ ਤੁਸੀਂ ਅਰਦਾਸ ਕਰਦੇ ਜੀ ਡੇਲੀ ਆ ਕੇ ਗੁਰੂ ਘਰ ਅੱਗੇ ਕਰੀਦੀ ਆ। ਹੁਣ ਗੱਲ ਇਹ ਆ, ਗੱਲ ਤੇ ਰਾਜਨੀਤੀ ਆਉਂਦੀ, ਸਿਆਸਤਾਂ ਆਉਂਦੀਆਂ, ਉੱਤੇ ਉਹਨਾਂ ਬਣਾਉਣੀ ਇਹ ਸੇਵਾ 'ਚ ਤੁਸੀਂ ਸੇਵਾ 'ਚ ਸਿਆਸਤ ਸਮਝਦੇ ਵੀ ਹੈਗੀ ਆ। ਸੇਵਾ ਤੇ ਸਿਆਸਤ ਹੀ ਚੱਲਦੀ, ਹੋਰ ਕੀ ਚੱਲਦਾ। ਕਿੱਦਾਂ ਦੀ ਸਿਆਸਤ, ਕਿੱਦਾਂ ਦੀ? ਤਾਂ ਹੀ ਉਹਦਾ ਕਾਰਨ ਡਿਲੇ ਹੋਣ ਦਾ ਕਾਰਨ ਵੀ ਫਿਰ ਸਿਆਸਤ ਉਹ ਲਾ ਲਓ ਜਿਹੜੇ ਸਮਝ ਲਓ ਅਹੁਦੇਦਾਰ ਬਹਿ ਗਏ, ਉਹ ਜਾਂ ਤੇ ਸੰਗਤ ਸਾਹਮਣੇ ਗੱਲ ਰੱਖਣ। ਇੱਕ ਪੱਖ ਬਾਬਿਆਂ ਦਾ ਜਾਂ ਇੱਕ ਪਾਸੇ ਸੰਗਤ ਦਾ ਬਹਿ ਕੇ ਗੱਲ ਹੋਵੇਗੀ ਇਹ ਕਦੋਂ ਬਣਨੀ ਚਾਹੀਦੀ ਜਾਂ ਕਿੱਦਾਂ ਬਣਨੀ ਚਾਹੀਦੀ ਆ, ਕਿਹੜੇ ਤਰੀਕੇ ਨਾਲ। ਹੁਣ ਇੱਥੇ 10 ਬੰਦੇ ਆ ਕੇ ਇਕੱਠੇ ਹੋ ਗਏ, ਕੋਈ ਕੁਛ ਕਹਿ ਜਾਂਦਾ, ਕੋਈ ਕੁਛ। ਪਰ ਸੰਗਤ ਨੂੰ ਤੇ ਦੁੱਖ ਲੱਗਦਾ ਨਾ ਜਦੋਂ ਆ ਕੇ ਵੇਖੀਦਾ ਕਿੰਨਾ ਨਰਾਦਰ ਗੁਰੂ ਮਹਾਰਾਜ ਦਾ ਹੁੰਦਾ। ਸੰਗਤ ਨੂੰ ਇਹ ਨਹੀਂ ਆ ਕੌਣ ਬਣਾਵੇ। ਸੰਗਤ ਨੂੰ ਇਹ ਗੱਲ ਨਹੀਂ ਆ ਬਣਾਵੇ, ਉਹ ਸੰਗਤ ਨੂੰ ਇਹ ਸੇਵਾ ਹੋਣੀ ਚਾਹੀਦੀ। ਸੰਗਤ ਨੇ ਤੇ ਹੋਣੀ ਸੇਵਾ ਸ਼ੁਰੂ ਹੋ ਜੇ ਤੇ ਨਾਲ ਸੇਵਾ ਸ਼ੁਰੂ ਕਰ ਦੇਣੀ। ਸੰਗਤ ਨੂੰ ਇਹ ਰੋਜ਼ ਕਿਉਂ ਨਹੀਂ ਇਕੱਠੀ ਹੁੰਦੀ ਵਾਹਿਗੁਰੂ ਜੀ ਇੱਥੇ? ਜੇ ਸੰਗਤ ਨੂੰ ਵੀਰ ਜੀ ਸੰਗਤ ਹੁਣ ਇਕੱਠੀ ਆ, ਤੁਸੀਂ ਹੁਣ ਸ਼ੁਰੂ ਕਰੋ ਤੇ ਸੰਗਤ ਨੇ ਨਾਲ ਸੇਵਾ ਨਹੀਂ ਕਰਨੀ ਕਿਤੇ। ਇੱਕ ਹਲਾਰਾ ਤੇ ਚੱਕੋ ਇਸ ਚੀਜ਼ ਦਾ। ਹਲਾਰਾ ਸੰਗਤ ਤੇ ਚੱਕਣ ਦੀ ਹੁਣ ਸੰਗਤ ਕਿਹਨੂੰ ਕਵੇ?
ਕਿਹਨੂੰ ਕਵੇ ਗੁਰੂ ਅਰਜਨ ਦੇਵ ਜੀ ਦੇ ਅੱਗੇ ਅਰਦਾਸ ਕਰੇ ਉਹਨਾਂ ਅੱਗੇ ਤੇ ਹੋ ਰਹੀ ਆ, ਉਹਨਾਂ ਅੱਗੇ ਤੇ ਆਪ ਦੇ ਹੁਣ ਤੁਸੀਂ ਹਿਸਾਬ ਲਾਓ ਲੋਕਾਂ ਨੂੰ ਸੁਚੇਤ ਕਰੇ ਕਿ ਵਾਹਿਗੁਰੂ ਜੀ ਆਪਾਂ ਆਪਣੇ ਟੀ-ਸ਼ਰਟ ਤੇ ਚਲੋ ਟੀ-ਸ਼ਰਟ ਹੁਣ ਟੀ-ਸ਼ਰਟ ਸੁਚੇਤ ਤੇ ਹੋਣ ਦਾ, ਪਰ ਗੱਲ ਇਹ ਆ ਸੰਗਤ ਜਿਹੜੀ ਹੁਣ ਤਰਨ ਦੀ ਆਉਂਦੀ ਆ, ਰੋਜ਼ ਦੇਖਦੀ ਆ, ਬਾਹਰੋਂ ਸੰਗਤ ਆਉਂਦੀ ਆ, ਉਹ ਇਹੋ ਵੇਂਦੇ ਆ ਕਿ ਕਿੱਡੀ ਬੇਅਦਬੀ ਹੁੰਦੀ। ਕਈਆਂ ਨੂੰ ਪਤਾ ਨਹੀਂ ਇਹ ਹੋਇਆ ਕੀ ਆ, ਢੱਠੀ ਆ ਢਾਈ ਆ ਕੀ ਕੀਤਾ, ਇਹ ਵੀ ਗੱਲ ਹੈਗੀ ਆ ਨਾ। ਤੁਸੀਂ ਕੀ ਚਾਹੁੰਦੇ ਹੁਣ? ਅਸੀਂ ਵੀਰ ਜੀ ਅਸੀਂ ਕਿਤੇ ਕੁਝ ਮੰਗਣਾ ਜਾਂ ਅਸੀਂ ਤੇ ਆਪ ਮੰਗਤੇ ਗੁਰੂ ਸਾਹਿਬ ਅੱਗੇ ਨਤਮਸਤਕ ਹੁੰਨੇ ਆ ਕਿ ਨਰਾਦਰ ਆ ਹੋਣ ਦਿਆ, ਇਹਨੂੰ ਕਿਸੇ ਤਰੀਕੇ ਨਾਲ ਜਿਹੜੀ ਵੀ ਸੰਪਰਦਾ ਨੇ ਬਣਾਉਣਾ ਇਹਨੂੰ ਬਣਾਉਣਾ ਚਾਹੀਦਾ। ਗੱਲ ਤੇ ਹੋਰ ਕੋਈ ਇਹ ਤੇ ਹੁਣ ਸੰਗਤ ਹੀ ਦੱਸ ਸਕਦੀ, ਰਿਪੇਅਰ ਜਾਂ ਢਾਹ ਕੇ ਕਿੱਦਾਂ। ਅੱਗੇ ਵੀ ਇਹਨਾਂ ਦਾ ਸ਼ਾਇਦ ਰੱਟਾ ਪਿਆ, ਪਤਾ ਨਹੀਂ ਢਾਉਣ ਤੋਂ ਪਿਆ ਵਾ ਕਿ ਰਿਪੇਅਰ ਤੋਂ ਪਿਆ, ਇੰਨੀ ਗੱਲ ਨਹੀਂ। ਇਹਨੂੰ ਚਲੋ ਵਧੀਆ ਦਿੱਖ ਮਿਲਣੀ ਚਾਹੀਦੀ ਹੈ। ਹਾਂਜੀ ਮਹਾਰਾਜ ਦੀ ਰਿਪੇਅਰਿੰਗ ਹੋਣੀ ਚਾਹੀਦੀ ਆ, ਜਿਹੜੀ ਪਹਿਲੇ ਮਹਾਰਾਜ ਪੂਰੇ ਪਹਿਲੇ ਸ਼ੁਰੂ ਤੋਂ ਬਣੀ ਹੈ ਮਹਾਰਾਜ ਦੀ, ਹੈ ਨਾ। ਤੇ ਇਹਨੂੰ ਮਹਾਰਾਜ ਦੇ ਫਿਰ ਉਹ ਪੁਰਾਤਨ ਸਮੇਂ ਦੀ ਆ, ਇਹ ਯਾਦ ਸਾਂਭ ਕੇ ਰੱਖਣੀ। ਯਾਦਗਿਰੀ ਦੀ ਇਹੋ ਯਾਦਗਿਰੀ ਰਹਿੰਦੀਆਂ, ਜਿਹੜੀ ਯਾਦਗਿਰੀਆਂ ਪਹਿਲਾਂ ਯਾਦਗਿਰੀਆਂ ਨੂੰ ਹਰੀ ਸੰਗਤ ਢਾਈ ਜਾਂਦੇ ਆ, ਢਾਉਣਾ ਨਹੀਂ ਚਾਹੀਦਾ। ਜਿਹੜੇ ਪੁਰਾਣੀ ਉਹਨੂੰ ਯਾਦ ਕੇ ਰੱਖਣੀ ਚਾਹੀਦੀ, ਸਭ ਨੂੰ ਮਜ਼ਬੂਤ ਕਰਨਾ ਚਾਹੀਦਾ। ਉਹਨੂੰ ਮਜ਼ਬੂਤ ਹੋਏ ਸਾਰੀ ਸੰਗਤ ਦੇ ਪੁਰਾਣੇ ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਦੇਖਦੇ ਆਪਾਂ, ਇਸ ਤਰ੍ਹਾਂ ਮਹਾਰਾਜ ਦਰਸ਼ਨ ਵੀ ਇਹ ਗੁਰੂ ਨੇ ਪਹਿਲੇ ਟਾਈਮ ਤੇ ਬਣੀ, ਉਸ ਟਾਈਮ ਦੀ ਗੁਰੂ ਅਰਜਨ ਦੇਵ ਦੇ ਟਾਈਮ ਦੀ ਬਣੀ। ਨੀਆਂ ਜੋ ਰੱਖੀ, ਜੋ ਆਪਣੇ ਗੇਟ ਬਣੇ, ਜਿਹੜੇ ਕਿਲੇ ਬਣਦੇ ਆ, ਸਾਰੀ ਇਸ ਤਰ੍ਹਾਂ ਹੋਣਾ ਚਾਹੀਦਾ ਮਹਾਰਾਜ ਦਾ। ਇੱਥੇ ਹੁਣ ਇੱਕ ਖੜੀ ਕਰ ਸਕਦੇ ਦੁਬਾਰਾ ਉਹ ਚੀਜ਼ ਲਈ। ਹਾਂਜੀ ਵਾਹਿਗੁਰੂ ਜੀ, ਆਪਣੇ ਘਰ ਵਾਸਤੇ ਆਪਾਂ ਕਰ ਸਕਦੇ ਹਾਂ ਨਾ। ਹਾਂਜੀ ਮਾੜਾ ਜਿਹਾ ਮਾੜਾ ਢੱਠਾ ਹੁੰਦਾ ਵਾ, ਉਸ ਵੇਲੇ ਆਪਾਂ ਪ੍ਰਪੇਅਰ ਕਰਦੇ ਹਾਂ। ਹਾਂਜੀ ਤੇ ਇਹਨੂੰ 2-3 ਸਾਲ ਹੋ ਗਏ, ਆਪਾਂ 4 ਮਹੀਨੇ ਹੋ ਗਏ ਆ, ਤੇ ਆਪਾਂ ਇੱਕ ਦਿਨ ਨਹੀਂ ਰਹਿ ਸਕਦੇ। ਘਰ ਦਾ ਮਾੜਾ ਜਿਹਾ ਦਰਵਾਜ਼ਾ ਹੀ ਢਿੱਲਾ ਹੋਇਆ ਨਾ, ਉਹਨੂੰ ਉਸ ਵੇਲੇ ਮਿਸਤਰੀ ਸਾਦੇ ਆ ਵੀ ਰਿਪੇਅਰ ਕਰੀਏ ਦੀ। ਬੜਾ ਅਸੀਂ ਤਾਂ ਡੇਲੀ ਉਹਨੇ ਤੇ ਮਹਾਰਾਜ ਅੱਗੇ ਅਰਦਾਸ ਕਰਦੇ ਆ ਵੀ ਮਹਾਰਾਜ ਛੇਤੀ ਇਹਦੀ ਰਿਪੇਅਰ ਹੋਵੇ, ਜੋ ਵੀ ਹੋਵੇ ਮਤਲਬ ਕਿ ਸਾਨੂੰ ਪੁਰਾਤਨ ਰੂਪ ਵਿੱਚ ਆਵੇ। ਹਾਂਜੀ ਆਹ ਹੁੰਦੀ ਵਾਹਿਗੁਰੂ ਜੀ ਜਿਹੜੇ ਹਾਂਜੀ। ਚੰਗੇ ਵਾਹਿਗੁਰੂ ਦੇ ਭੇਜੇ ਬੰਦੇ ਹੁੰਦੇ ਹਾਂਜੀ, ਨਾ, ਹਾਂਜੀ। ਉਹ ਇਦਾਂ ਦੀ ਅਰਦਾਸ ਕਰਨ ਆਉਂਦੇ ਆ। ਰੋਜ਼ ਡੇਲੀ ਅਰਦਾਸ ਇਹੋ ਕਰੀਦੀ ਆ। ਦੁਬਾਰਾ ਉਸੇ ਰੂਪ ਦੇ ਵਿੱਚ ਆ ਕੇ ਸਾਨੂੰ ਦਿਖੇ। ਹਾਂ, ਮਨ ਇੰਨਾ ਭਾਵ ਵੀ ਬੰਦਾ ਰੋਣ ਨਿਕਲਦਾ। ਵਾਹਿਗੁਰੂ ਜੀ ਸੱਚੀ ਗੱਲ ਆ ਤੁਹਾਡੀ, ਜਿਹੜਾ ਤੈਨੂੰ ਮਹਿਸੂਸ ਕਰਦੇ ਨਾ ਆਪਣੇ ਘਰ ਦੀ, ਜਦੋਂ ਹਾਂਜੀ ਕੀ ਦੱਸਾਂ ਵਾਹਿਗੁਰੂ ਜੀ, ਹੁਣ ਐਕਸਪਲੇਨ ਨਹੀਂ ਕਰ ਸਕਦੇ ਇਸ ਚੀਜ਼ ਨੂੰ। ਚਲੋ ਮੈਂ ਵੇਖ ਕੇ ਆ ਗਿਆ, ਮੈਂ ਫੀਲ ਹੁੰਦਾ ਹੋਵੇ। ਤਾਂ ਤੁਸੀਂ ਜਦੋਂ ਦਰਸ਼ਨ ਕਰਨ ਆਉਂਦੇ ਮੇਰੇ, ਤੁਸੀਂ ਵੇਖਦੇ ਨਾ, ਮੇਰਾ ਮਨ ਉਦੋਂ ਵੀ ਹੁੰਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਢੱਠੀ ਆ ਮਹਾਰਾਜ ਦੀ ਦਰਸ਼ਨੀ ਡੋਰੀ ਆ। ਹੈ ਕਿ ਕਿੰਨਾ ਚਿਰ ਬਾਹਰ ਦੀ ਸੰਗਤ ਆਉਂਦੀ ਆ, ਕੀ ਕਹਾ ਵੀ ਤਰਨਤਾਰਨ ਦੇ ਵਾਸੀ ਨਾ। ਪਹਿਲਾਂ ਵੀਰੇ ਦਿੱਲੀ ਤੇ ਵੀ 2 ਬੰਦੇ ਕਰ ਸਕਦੇ ਜੀ। ਗੱਲ ਇਦਾਂ ਹੋ ਸਕਦੀ, ਜਿਹੜੀਆਂ ਜਥੇਬੰਦੀਆਂ ਆਈਆਂ ਸੀ ਉਹਨਾਂ ਰੋਕਿਆ ਸੀ, ਉਹ ਬਹਿ ਕੇ ਨਾਲ ਸੰਗਤ ਦੇ ਜਾਂ ਜਿਹੜੀ ਵੀ ਅੰਦਰ ਐਸਜੀਪੀਸੀ ਆ ਉਹ ਬਹਿ ਕੇ ਅੱਗੇ ਕਰਨ ਵਿਚਾਰ ਕਿਤੋਂ ਸੇਵਾ ਕਰਾਉਣੀ ਜਾਂ ਆਪ ਕਰਨੀ ਕਿੱਦਾਂ ਵੀ। ਸੰਗਤ ਤੇ ਇਹੋ ਚਾਹੁੰਦੀ ਇਹ ਬਣਨੀ ਚਾਹੀਦੀ ਆ, ਬਹੁਤ ਨਿਰਾਦਰ ਹੋਣ ਦਿਆ। ਬੈਠੇ ਆ, ਧਰਨਾ ਲਾਇਆ, ਉਸ ਤੋਂ ਬਾਅਦ ਉੱਠ ਗਏ ਆ, ਕਿਸੇ ਨੇ ਕੋਈ ਵਿਚਾਰ ਨਹੀਂ ਕੀਤਾ ਇਸ ਤੇ, ਬਸ ਆਪਣਾ ਸਾਰੇ ਪੱਖ ਪੂਰਦੇ ਆ। ਜੇ ਨਹੀਂ ਬਣਦੀ ਤੇ ਸੰਗਤ ਨੂੰ ਕਹਿਣ ਭਈ ਹਾਂ ਭਈ ਇਹ ਕਰਨ, ਤੇ ਅਸੀਂ ਚਲੋ ਹੁਮ ਆ ਕੇ ਜੋ ਵੀ ਸਾਡੇ ਕੋਲ ਸੇਵਾ ਪਊਗੀ ਮਹਾਰਾਜ ਦੇ ਅਸੀਂ ਕਰਾਂਗੇ। ਤੇ ਇਹ ਆ ਵੀ ਛੇਤੀ ਬਣੇ, ਕਿਉਂਕਿ ਜਿਹੜੀ ਸੰਗਤ ਆਉਂਦੀ ਆ ਨਹੀਂ ਚੰਗਾ ਲੱਗਦਾ, ਬਾਹਰੋਂ ਵੇਖਣ ਵਾਲੇ ਨੂੰ ਲੱਗਦਾ ਵੀ ਆ ਇਹ ਇੱਕ ਬੇਅਦਬੀ ਹੁੰਦੀ ਆ ਗੁਰੂ ਘਰਾਂ ਦੀ। ਤੇ ਇਹਦੇ ਸਾਰੇ ਇਹ ਕਹਿੰਦੇ ਆ ਵੀ ਨਹੀਂ, ਪਰ ਨਹੀਂ, ਅਸੀਂ ਇਹ ਚਾਹੁੰਦੇ ਆ ਵੀ ਜਲਦੀ ਜਲਦੀ ਰਿਪੇਅਰ ਹੋਵੇ, ਇਹਨੂੰ ਪਹਿਲੀ ਦੇਖ ਮਿਲੇ ਤੇ ਬਹੁਤ ਸੋਹਣਾ ਹੋਵੇ। ਮਹਾਰਾਜ ਦਾ ਦਰਬਾਰ ਇੱਥੋਂ ਦੇ ਦਰਸ਼ਨੀ ਲੱਗਦਾ ਸਾਰਾ। ਤੁਸੀਂ ਦੇਖਿਆ ਵੀ ਸਿੱਖ ਸੰਗਤਾਂ ਦੇ ਵਿੱਚ ਕਿਵੇਂ ਰੋਸ ਪਾਇਆ ਜਾ ਰਿਹਾ ਦਰਸ਼ਨੀ ਦਿਓੜੀ ਨੂੰ ਲੈ ਕੇ। ਸੰਗਤਾਂ ਚਾਹੁੰਦੀਆਂ ਨੇ ਮਤਲਬ ਵੀ ਇਹ ਦਰਸ਼ਨੀ ਦਿਓੜੀ ਨੂੰ ਢਾਇਆ ਨਾ ਜਾਵੇ, ਇਸੇ ਦਾ ਦੁਬਾਰਾ ਮਤਲਬ ਰਿਪੇਅਰ ਕਰਕੇ ਨਵੀਕਰਨ ਕੀਤਾ ਜਾਵੇ। ਅਸੀਂ ਵੀ ਆਪਣੇ ਟੀਵੀ ਚੈਨਲ ਵੱਲੋਂ ਇਹ ਆਸ ਰੱਖਦੇ ਹਾਂ, ਮਹਾਰਾਜ ਕਿਰਪਾ ਕਰਨ ਇਹ ਜਿਹੜੀ ਦਰਸ਼ਨੀ ਦਿਓੜੀ ਇਹਦੀ ਦਿੱਖ ਬਹੁਤ ਵਧੀਆ ਹੋਵੇ, ਆਉਣ ਵਾਲੀਆਂ ਸੰਗਤਾਂ ਦੇ ਮਨ ਨੂੰ ਜਿਹੜੀ ਠੇਸ ਪਹੁੰਚਦੀ ਉਹ ਨਾ ਪਹੁੰਚੇ। ਐਂਡ ਪੰਜਾਬੀ ਟੀਵੀ ਲਈ ਮੈਂ ਰਵਿੰਦਰ ਸਿੰਘ, ਤਰਨਤਾਰਨ। ਪੰਜਾਬ ਲਈ, ਪੰਜਾਬੀਅਤ ਲਈ।